ਦੋਸਤੋ ਪੰਜਾਬੀ ਬੁਲੇਟਿਨ ਦੇ ਰਾਹੀਂ ਇੰਜ ਵੀ ਪੜ੍ਹਿਆ ਜਾ ਸਕਦਾ ਹੈ ਸਾਹਿਤ। ਸਾਡਾ ਪ੍ਰੋਗਰਾਮ ਅਸੀਂ ਹਰ ਐਤਵਾਰ ਨੂੰ ਤੁਹਾਡੇ ਨਾਲ ਕੁਝ ਕਿਤਾਬਾਂ ਦੇ ਰੂਬਰੂ ਕਰਵਾਉਂਦੇ ਹਾਂ ਤੁਹਾਨੂੰ। ਉਹਨਾਂ ਕਿਤਾਬਾਂ ਬਾਰੇ ਮੈਂ ਆਪਣੇ ਤਰੀਕੇ ਨਾਲ ਜਿਸ ਤਰੀਕੇ ਸਾਹਿਤ ਪੜ੍ਹਦਾ ਉਹ ਹੁੰਦੇ ਨੇ। ਤੁਸੀਂ ਮੇਰੇ ਖਿਆਲ ਨਾਲ 7 ਪ੍ਰੋਗਰਾਮ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਅਲੱਗ-ਅਲੱਗ ਕਿਤਾਬਾਂ ਬਾਰੇ, ਸਾਹਿਤ ਬਾਰੇ। ਅੱਜ ਕੁਝ ਗੇਜ, ਕੁਝ ਊਬ ਤੋੜਨ ਖਾਤਰ ਆਪਣੀ ਨਵੀਂ ਕਾਵ ਕਿਤਾਬ ਲੈਣ ਵਾਸਤੇ ਡਾਕਟਰ ਪਾਲ ਕੌਰ ਹੋਰੀ, ਸਾਡੇ ਸੀਨੀਅਰ ਪੋਇਟ, ਸਾਡੇ ਬੜਾ ਅਦਬ ਨਾਲ ਲਿਆ ਜਾਣ ਵਾਲਾ ਪੰਜਾਬੀ ਸਾਹਿਤ ਦੇ ਵਿੱਚ ਨਾਮ, ਸਾਡੇ ਕੋਲ ਆਏ ਹੋਏ ਸੀ। ਕਵਿਤਾ ਦੀ ਕਿਤਾਬ ਹੈ ਉਹਨਾਂ ਦੀ ਤਾਜ਼ਾ ਹੀ, ਹੁਣ ਨਹੀਂ ਮਰਦੀ ਨਿਰਮਲਾ। ਮੇਰੀ ਦੇਖ ਰੇਖ ਹੇਠ ਹੀ ਛਪੀ ਹੈ, ਮੇਰਾ ਪ੍ਰੀਫੇਸ ਵੀ ਇਹਦਾ ਲਿਖਿਆ ਹੋਇਆ, ਇਸ ਕਰਕੇ ਇਹ ਕਵਿਤਾਵਾਂ ਮੇਰੇ ਅੰਦਰ ਹੀ ਕਿਤੇ ਰਚੀਆਂ ਮਿਚੀਆਂ ਹੋਈਆਂ ਸੀਗੀਆਂ। ਡਾਕਟਰ ਸਾਹਿਬ, ਪਹਿਲਾਂ ਤਾਂ ਵਧਾਈ ਹੋਵੇ ਇਸ ਕਿਤਾਬ ਦੀ। ਤੇ ਮੈਂ ਆਪਣੇ ਦੋਸਤਾਂ ਨਾਲ ਸੋਚਿਆ ਕਿ ਮੈਂ ਕਿਉਂ ਨਾ, ਮੈਂ ਹੀ ਕਿਉਂ ਪੜ੍ਹਦਾ ਹਾਂ ਸਾਹਿਤ ਨੂੰ, ਜਿਹੜਾ ਲੇਖਕ ਹੈ ਉਹ ਆਪਣੇ ਸਾਹਿਤ ਨੂੰ ਕਿਵੇਂ ਪੜ੍ਹਦਾ। ਮੇਰੇ ਮਨ 'ਚ ਥੋੜ੍ਹਾ ਜਿਹਾ ਆ ਗਿਆ ਲਾਲਚ ਵੀ ਤੁਸੀਂ ਆਏ ਹੋਏ ਹੋ ਤਾਂ ਆਪਾਂ ਗੱਲਾਂ ਕਰਾਂਗੇ। ਕੁਛ ਊਬ ਜਿਹੀ ਵੀ ਟੁੱਟੇਗੀ, ਮੇਰੀ ਸ਼ਕਲ ਦੇਖ ਦੇਖ ਕੇ ਬੋਰ ਹੋ ਗਏ ਹੋਣੇ ਥੋੜ੍ਹੇ ਜਿਹੇ ਬੰਦੇ ਮੇਰੇ ਮਿੱਤਰ। ਪਰ ਇੱਕ ਇੰਟਰੋਡਕਸ਼ਨ ਦੇ ਤੌਰ ਦੇ ਉੱਤੇ ਮੈਂ ਦੇਖਦਾ ਕਿ ਡਾਕਟਰ ਪਾਲ ਹੋਰਾਂ ਦੀ ਇਹ ਜਿਹੜੀ ਕਿਤਾਬ ਹੈ, ਪਿਛਲੀਆਂ ਸਾਰੀਆਂ ਹੀ ਇਹਨਾਂ ਦੀਆਂ ਕਿਤਾਬਾਂ, ਉਹ ਪੌਣ ਤੜਾਗੀ ਹੋਵੇ, ਉਹ ਇੰਜਣਾ ਮਿਲੀ ਹੋਵੇ, ਉਹ ਸਵੀਕਾਰ ਤੋਂ ਬਾਅਦ ਹੋਵੇ, ਤਾਂ ਇਹ ਡਾਇਰੈਕਟ ਪੋਲੀਟੀਕਲ ਹੋ ਗਈ ਲੱਭਦੀ ਹੈ। ਔਰ ਜਿਨ੍ਹਾਂ ਸਮਿਆਂ ਦੇ ਵਿੱਚੋਂ ਦੀ, ਪਿਛਲੇ ਸਮਿਆਂ ਦੇ ਵਿੱਚੋਂ ਦੀ ਅਸੀਂ ਲੰਘੇ ਹਾਂ, ਜਿਵੇਂ ਜਿਵੇਂ ਸਾਹਿਤ ਦਾ ਧਰਮ ਹੁੰਦਾ ਆ, ਜਿਵੇਂ ਲੇਖਕ ਦਾ ਧਰਮ ਹੁੰਦਾ ਆ ਕਿ ਜੇ ਬੋਲਿਆਂ ਸਮਿਆਂ ਚੋਂ ਦੀ ਲੰਘੀਏ ਤਾਂ ਥੋੜ੍ਹਾ ਉੱਚੀ ਵੀ ਬੋਲਣਾ ਪੈ ਜਾਂਦਾ, ਕਿਤੇ ਨਾ ਕਿਤੇ ਉੱਚੀ ਬੋਲਣਾ ਕੋਈ ਉਲਾਂਭਾ ਵੀ ਨਹੀਂ ਹੈਗਾ ਜੇ ਉਹ ਸਾਹਿਤ ਬਣਿਆ ਰਹੇ। ਸ਼ਰਤ ਬਜਾਤੇ ਸ਼ਰਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਲੋੜ ਪੈ ਜਾਂਦੀ ਹੈ। ਇੰਜ ਨਹੀਂ ਮਰਦੀ ਨਿਰਮਲਾ ਦਾ ਟਾਈਟਲ ਹੀ ਤੁਸੀਂ ਦੋਸਤੋ ਦੇਖੋ ਤਾਂ ਮਨੂ ਨੇ, ਮਨਦੀਪ ਸਿੰਘ ਮਨੂ ਸਾਡੇ ਆਰਟਿਸਟ ਦੋਸਤ ਨੇ, ਸਾਂਝੇ ਦੋਸਤ ਨੇ, ਬੜਾ ਪਿਆਰਾ ਸ਼ਖਸੀਅਤ। ਉਹ ਕਿਸ ਤਰ੍ਹਾਂ ਸ਼ੇਡਸ ਦੇ ਵਿੱਚ ਹੈ, ਉਹ ਜਿਹੜੀਆਂ ਨਵੀਆਂ ਕਾਲੋਨੀਜ਼ ਉਸਰ ਰਹੀਆਂ ਨੇ, ਉਹਨਾਂ ਦੀਆਂ ਇਮਾਰਤਾਂ ਨੇ ਸਾਰੀਆਂ ਹੀ, ਤੇ ਫਿਰ ਵਿੱਚ ਨਿਰਮਲਾ ਕਰੈਕਟਰ ਜਿਹੜਾ ਗਰੀਬ ਮਜ਼ਦੂਰ ਔਰਤ ਦਾ ਕਰੈਕਟਰ ਹੈ, ਜਿਹੜੀ ਉੱਥੇ ਸਾਫ਼ ਸਫਾਈ ਲਈ ਬੀਬੀਆਂ ਦਾ ਹੱਥ ਵਢਾਉਣ ਮਿਡਲ ਕਲਾਸ, ਅਪਰ ਮਿਡਲ ਕਲਾਸ ਦਾ ਜਾਂਦੀ ਹੈ। ਤਾਂ ਉਹਦੀ ਸ਼ੇਡਸ ਦੇ ਵਿੱਚ ਕਿਵੇਂ ਉਹਦੇ ਸੁਪਨੇ ਗੋਲਡਨ ਨੇ, ਪਰ ਇਹਨਾਂ ਗੋਲਡਨ ਸੁਪਨਿਆਂ ਦੇ ਵਿੱਚ ਕਿਤੇ ਕਿਤੇ ਕਾਲੇ ਸੁਰਾਖ ਜਿਹੜੇ ਨੇ, ਉਹਨਾਂ ਦੇ ਜੀਵਨ ਦੇ ਕਾਲੇ ਸੁਰਾਖ ਜਿਹੜੇ ਨੇ, ਜਿਨ੍ਹਾਂ ਸੁਰਾਖਾਂ ਦੇ ਵਿੱਚੋਂ ਦੀ ਕਿਤੇ ਡਾਕਟਰ ਪਾਲ ਹੋਰੀ ਲੰਘੇ ਹੋਣਗੇ, ਕਿਤੇ ਦਰਵਿਤ ਹੋਏ। ਪਰ ਡਾਕਟਰ, ਮੈਂ ਜਿਵੇਂ ਇਸ ਕਵਿਤਾ ਨੂੰ ਪੜ੍ਹਿਆ ਤਾਂ ਮੇਰੇ ਮਨ ਦੇ ਵਿੱਚ ਪੈਰਲਲ ਇੱਕ ਉਹ ਡਿਬੇਟ ਵੀ ਚੱਲ ਰਹੀ ਹੈ, ਜਿਹਨੂੰ ਅਸੀਂ ਨਾਰੀਵਾਦੀ ਡਿਬੇਟ, ਹੁਣ ਤਾਂ ਸਗੋਂ ਤਿੱਖੇ ਰੂਪ ਦੇ ਵਿੱਚ ਜਦੋਂ ਇਹ ਸੋਸ਼ਲ ਮੀਡੀਆ ਦੀ ਗੱਲ ਆਈ, ਵਰਚੁਅਲ ਵੈਬੀਨਾਰ ਵਗੈਰਾ ਦੀ ਗੱਲ ਆਈ, ਸੈਮੀਨਾਰਾਂ ਦੀ ਗੱਲ ਆਈ, ਤਾਂ ਜ਼ਿਆਦਾ ਤਿੱਖੇ ਰੂਪ ਦੇ ਵਿੱਚ ਅਸੁਵਿਧਾ ਸਾਡੀਆਂ ਕੁੜੀਆਂ ਸਾਡੀਆਂ ਬੜੀਆਂ ਲਾਈਕ ਮਾਈਂਡਡ, ਉਹਨਾਂ ਦੇ ਨਾਲ ਸਹਿਮਤ ਨਾ ਸਹਿਮਤੀਆਂ ਵੱਖਰੀਆਂ ਗੱਲਾਂ ਨੇ, ਪਰ ਉਹਨਾਂ ਦੀ ਜਿਹੜੀ ਲੜਾਈ ਹੈ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਹੈ, ਅੰਦਾਜ਼ ਹੈ, ਆਪਾਂ ਤਾਂ ਉਹਨਾਂ ਦਾ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਪਰ ਕਿਤੇ ਨਾ ਕਿਤੇ ਜਦੋਂ ਮਸਲਾ ਸਿਧਾਂਤਿਕ ਹੋਵੇ, ਕੋਈ ਵਿਚਾਰਧਾਰਕ ਹੋਵੇ, ਮੈਂ ਦੇਖ ਰਿਹਾ ਹਾਂ ਕਿ ਤੁਹਾਨੂੰ ਨਿਰਮਲਾ ਲੱਭ ਪੈਂਦੀ ਹੈ। ਆਪਾਂ ਪਹਿਲਾਂ ਤੁਹਾਡੀ ਪੋਇਮ ਸੁਣਾਂਗੇ, ਤੁਹਾਡੇ ਕੋਲੋਂ ਹੀ ਨਿਰਮਲਾ ਹੁਣ ਨਹੀਂ ਮਰਦੀ ਨਿਰਮਲਾ ਸੁਣ ਕੇ ਉੱਤੇ ਗੱਲ ਹੋਰ ਡਿਟੇਲ। ਬਟ ਜਿਵੇਂ ਤੁਹਾਨੂੰ ਨਿਰਮਲਾ ਲੱਭ ਪੈਂਦੀ ਹੈ, ਜਿਹੜੀ ਨਿਰਮਲਾ ਫਿਰ ਆਪਣੇ ਘਰ ਵਾਲੇ ਤੋਂ ਤੰਗ ਆਈ ਹੋਈ ਇਹ ਸੋਚ ਸਕਦੀ ਆ ਕਿ ਭਾਈ ਫਿਰ ਜੇ ਉਹ ਜ਼ਿਆਦਾ ਹੀ ਕਰੂਗਾ ਨਾ ਇਸ ਤਰੀਕੇ ਦੀਆਂ ਗੱਲਾਂ, ਕਿ ਮੈਂ ਜਿਹੜੀ ਬਾਹਰ ਜਾਂਦੀਆਂ ਉਹ ਠੀਕ ਨਹੀਂ ਹੁੰਦੀਆਂ ਔਰਤਾਂ, ਹਨਾ, ਉਹੋ ਜਿਹੇ ਊਂਚਾਂ ਵਰਗੀਆਂ ਗੱਲਾਂ ਕਰੇਗਾ ਉਹ, ਤੇ ਮੈਂ ਆਪਣੇ ਬੱਚਿਆਂ ਦਾ ਭਵਿੱਖ ਧੁੰਦਲਾ ਨਹੀਂ ਕਰਨਾ, ਮੈਂ ਅੱਡ ਹੋ ਕੇ ਰਹਿ ਜਾਣਾ। ਉਹ ਨਿਰਮਲਾ ਜਿਹੜੀ ਇਹ ਫੈਸਲਾ ਸੁਣਾਉਂਦੀ ਹੈ, ਔਰ ਜਿਸ ਕਲਾਸ ਨੂੰ ਸੁਣਾਉਂਦੀ ਆ, ਜਿਸ ਕਲਾਸ ਨੂੰ ਸਾਡੀਆਂ ਹੁਣ ਨਾਰੀਵਾਦੀ ਬੀਬੀਆਂ ਜਿਹੜੀਆਂ ਰਿਪਰੈਜ਼ੈਂਟ ਕਰਦੀਆਂ ਨੇ, ਉੱਥੇ ਤਾਂ ਉਹ ਨਿਰਮਲਾ ਕਿਤੇ ਤੁਹਾਨੂੰ ਲੱਭਦੀ ਨਹੀਂ ਹੈ।
ਉੱਥੇ ਤਾਂ ਉਹ ਸਾਰੇ ਦਾ ਸਾਰਾ ਤੁਹਾਨੂੰ ਉਹ ਮਰਦਾਮੀ ਹੋਂ ਤੇ ਨਸਤੀਆਂ ਅਜਿਹੀਆਂ ਆਵਾਜ਼ਾਂ ਨੇ, ਕਿਉਂਕਿ ਤੁਹਾਡੀ ਪੂਰੀ ਪੋਇਮ ਦੇ ਵਿੱਚ ਉਸ ਧਿਰ ਦੀ ਕੋਈ ਇਸ ਤਰੀਕੇ ਦੀ ਆਵਾਜ਼ ਜਿਹੜੀ ਨਿਰਮਲਾ ਵਰਗੀ ਆਈ ਹੋਵੇ ਉਹ ਨਹੀਂ ਲੱਭਦੀ। ਮੈਨੂੰ ਲੱਗਦਾ ਪਹਿਲਾਂ ਤੁਸੀਂ ਨਿਰਮਲਾ ਹੁੰਨੀ ਮਰਦੀ ਨਿਰਮਲਾ ਪੜ੍ਹੀਏ ਤੇ ਫਿਰ ਉਹਨਾਂ ਆਵਾਜ਼ਾਂ ਜੇ ਕਿਤੇ ਕੋਈ ਸੁਣੀਆਂ ਹੋਣ, ਉਹ ਆਵਾਜ਼ਾਂ ਜਿਹੜੀਆਂ ਅੱਜ ਆਪਣੇ ਆਪ ਨੂੰ ਨਾਰੀਵਾਦੀ ਹੋਣ ਦਾ ਦਮ ਭਰਦੀਆਂ ਨੇ, ਪਰ ਨਿਰਮਲਾ ਵਾਂਗ ਕਿਤੇ ਫੈਸਲਾ ਲੈਣ 'ਚ ਮੈਨੂੰ ਨਜ਼ਰ ਨਹੀਂ ਆਉਂਦੀਆਂ। ਜਾਂ ਉਹਨਾਂ ਦਾ ਜਿਹੜਾ ਸਾਰਾ ਬਿਹੇਵ ਹੋਏਗਾ ਫਿਰ ਉਹ ਸਾਰਾ ਉਹਨਾਂ ਦਾ ਬਿਹੇਵ ਸਿਸਟਮ ਹੀ ਬਿਹੇਵ ਹੋਏਗਾ, ਉਹਨਾਂ ਦਾ ਨਿਰਮਲਾ ਪ੍ਰਤੀ ਬਿਹੇਵ ਵੀ ਜਿਹੜਾ ਹੋਏਗਾ ਨਾ ਫਿਰ ਉਹ ਦੁਜੈਲ ਦਰਜੇ ਦੀ ਨਿਰਮਲਾ ਹੋਏਗੀ। ਉਹ ਪਹਿਲੇ ਦਰਜੇ ਦੀ ਔਰਤ ਦਰਜੇ ਦੀ ਨਿਰਮਲਾ ਉੱਥੋਂ ਤੁਹਾਨੂੰ ਕਿਤੇ ਨਹੀਂ ਲੱਭੇਗੀ। ਮੇਰਾ ਆਪਣਾ ਪੜ੍ਹਨ ਦਾ ਨਜ਼ਰੀਆ ਸੁਸਾਇਟੀ ਨੂੰ ਵੀ ਪੋਇਮ ਨੂੰ ਵੀ। ਪਹਿਲਾਂ ਆਪਾਂ ਨਿਰਮਲਾ ਬਾਰੇ ਪੋਇਮ ਸੁਣਾਓਗੇ ਤੇ ਕੁਝ ਆਪਾਂ ਦਰਸ਼ਕ ਦੋਸਤ ਵੀ ਜੁੜ ਜਾਣਗੇ ਸਾਡੇ ਨਾਲ, ਅਸੀਂ ਕਿਹੜੀ ਪੋਇਮ ਦੀ ਗੱਲ ਕਰ ਰਹੇ ਹਾਂ, ਕਿਉਂ ਕਰ ਰਹੇ ਹਾਂ। ਠੀਕ ਹੈ। ਹਾਂਜੀ, ਕਵਿਤਾ ਹੈ ਹੁਣ ਨਹੀਂ ਮਰਦੀ ਨਿਰਮਲਾ। ਗੁਲਾਬ ਜੀ ਖਿੜੀ ਆਈ ਹੈ ਅੱਜ ਨਿਰਮਲਾ। ਕੀ ਬਾਤ ਹੈ। ਸੁਨਹਿਰੀ ਕਢਾਈ ਵਾਲਾ ਸੂਟ, ਗੋਟੇ ਕਿਨਾਰੀ ਤੇ ਘੁੰਗਰੂਆਂ ਵਾਲੀ ਚੁੰਨੀ, ਲਾਲ ਹਰੀਆਂ ਚੂੜੀਆਂ ਨਾਲ ਕੋਹਣੀਆਂ ਤੱਕ ਭਰੀਆਂ ਬਾਹਾਂ, ਮੈਚ ਕਰਦੀ ਸੈਂਡਲ ਪਾਈ ਆਈ ਹੈ ਤਿਆਰ ਕਿਤੇ ਵਿਆਹ ਤੇ ਜਾਣ ਲਈ। ਜੀ ਨਹੀਂ ਕੀਤਾ ਅੱਜ ਕਿ ਮਾਂਜੇ ਉਹ ਭਾਂਡੇ, ਫੇਰੇ ਉਹ ਝਾੜੂ। ਘਰੋਂ ਸ਼ੁਰੂ ਹੁੰਦੀ ਸ਼ਾਮ ਤੱਕ ਭੱਜਦੀ, ਰੋਜ਼ ਇਹੀ ਤਾਂ ਕਰਦੀ ਹੈ ਨਿਰਮਲਾ। ਇਸ ਪਿੰਡ ਦੇ ਮੱਥੇ ਤੇ ਉਸਰਿਆ ਇਹ ਫਲੈਟ ਜਗਤ, ਪਹਿਲਾਂ ਤਾਂ ਉਹਨਾਂ ਨੂੰ ਲੱਗਾ ਕਰੇਗਾ ਹਨੇਰਾ, ਪਰ ਇਸ ਤਾਂ ਬਾਲ ਦਿੱਤੇ ਕਈ ਘਰਾਂ ਦੇ ਚੁੱਲ੍ਹੇ। ਘਰਾਂ ਦਾ ਕੰਮ, ਕੰਪਨੀ ਦਾ ਕੰਮ, ਪਾ ਵਰਦੀ ਬਣੇ ਗਾਰਡ ਤੇ ਕਈ ਧੋਂਦੇ ਗੱਡੀਆਂ, ਢੋਂਦੇ ਕਈ ਘਰਾਂ ਦਾ ਸਮਾਨ, ਫੜੀ ਲਾਵੇ ਕੋਈ ਲਾਵੇ ਰੇੜੀ। ਕਈਆਂ ਨੇ ਤੋੜੀਆਂ ਲੀਕਾਂ ਤੇ ਆ ਲੱਗੀਆਂ ਕੰਮ। ਕਈਆਂ ਨੇ ਤੋੜੀਆਂ ਲੀਕਾਂ ਤੇ ਆ ਲੱਗੀਆਂ ਕੰਮ। ਪਤੀ ਕਿਸੇ ਦਾ ਨਿਖੱਟੂ ਕਰਦਾ ਕੰਮ ਤੇ ਖਾ ਪੀ ਛੱਡਦਾ। ਉਹ ਸੋਚਦੀ ਪੜ ਜਾਣ ਕੁੜੀਆਂ ਬਦਲ ਲੈਣ ਤਕਦੀਰ ਆਪਣੀ। ਨਿਰਮਲਾ ਵੀ ਤੋੜਦੀ ਸਵੇਰੇ ਬੱਚੇ ਸਕੂਲ ਨੂੰ, ਭੱਜਦੀ ਦੁਪਹਿਰੇ ਉਹਨਾਂ ਦੇ ਆਉਣ ਦੇ ਵੇਲੇ। ਘਰ ਦੀ ਛੱਤ ਪਾਉਣ ਲਈ ਕਿਸੇ ਘਰ ਤੋਂ ਲੈ ਕੇ ਕਰਜ਼ਾ ਪਤੀ ਦੇ ਨਾਲ ਖੜਦੀ, ਤੇ ਪਤੀ ਵਿਟਰ ਬੈਠਦਾ ਕਦੀ, ਬਾਹਰੋਂ ਆਉਂਦਾ ਭਰਿਆ ਪੀਤਾ। ਨਹੀਂ ਜਾਣਾ ਤੂੰ ਕੰਮ ਤੇ, ਕੰਮ ਤੇ ਜਾਣ ਵਾਲੀਆਂ ਹੁੰਦੀਆਂ ਸਭ ਮਾੜੀਆਂ। ਖੜਦੀ ਅੜਦੀ ਲੜਦੀ ਨਿਰਮਲਾ, ਖੜਦੀ ਅੜਦੀ ਲੜਦੀ ਨਿਰਮਲਾ। ਅਗਲੇ ਦਿਨ ਫਿਰ ਆ ਜਾਂਦੀ ਕੰਮ ਤੇ, ਤੰਗ ਆ ਕੇ ਆਖਦੀ ਜ਼ਿਆਦਾ ਚੰਬ ਲਿਆ ਤਾਂ ਆਂਟੀ ਜੀ ਮੈਂ ਵੀ ਲੈ ਲੈਣਾ ਆਪਣਾ ਕਮਰਾ। ਮੈਂ ਨਹੀਂ ਰੋਲਣੇ ਬਾਲ, ਇੰਜ ਨਹੀਂ ਮੈਂ ਮਾਰਨਾ ਆਪਣਾ ਆਪ। ਮੈਂ ਨਹੀਂ ਰੋਲਣੇ ਬਾਲ, ਇੰਜ ਨਹੀਂ ਮੈਂ ਮਾਰਨਾ ਆਪਣਾ ਆਪ। ਦੇਖੋ ਨਾ ਹੁਣ ਇਹ ਸ਼ਖਸੀਅਤ ਸੱਚਮੁੱਚ ਇਹ ਨੈਚੁਰਲੀ ਇਹ ਹੈ ਨਿਰਮਲਾ। ਮੈਂ ਉਹੀ ਕਹਿਣਾ ਕਿ ਜਦੋਂ ਅਸੀਂ ਇਸ ਡਿਬੇਟ 'ਚ ਹੁੰਨੇ ਆ, ਹਾਂਜੀ, ਨਾਰੀਵਾਦ ਦੀ ਡਿਬੇਟ 'ਚ ਹੁੰਨੇ ਆ, ਉਸ ਵੇਲੇ ਨਿਰਮਲਾ ਕਿਉਂ ਨਹੀਂ ਸਾਨੂੰ ਦੀਦੀ? ਉਹ ਨਿਰਮਲਾ ਤਾਂ ਹੈਗੀਆਂ ਹੀ ਹੈ। ਨਹੀਂ, ਨਿਰਮਲਾ ਹੈਗੀਆਂ ਨੇ, ਉਸ ਕਲਾਸ ਵਿੱਚ ਵੀ ਹੈਗੀਆਂ ਨੇ। ਔਰ ਇਸ ਵੇਲੇ ਕੁੜੀਆਂ ਜੋ ਕੋਈ ਵੀ ਉਹਨਾਂ ਤੇ ਜ਼ਿਆਦਤੀ ਹੋ ਰਹੀ ਹੈ ਉਹਦੇ ਖਿਲਾਫ ਆਵਾਜ਼ ਉਠਾ ਰਹੀਆਂ ਨੇ। ਜਿਸ ਕਲਾਸ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਿੱਚ ਵੀ ਉਠਾ ਰਹੀਆਂ ਨੇ। ਪਰ ਉੱਥੇ ਨਿਰਮਲਾ ਦੀ ਔਸਤ ਹੋਂਦ ਕੀ ਹੈ? ਨਿਰਮਲਾ ਦੀ ਜਿਹੜੀ ਨਿਰਮਲਾ ਤੁਹਾਡੇ ਕਿਸੇ ਦ੍ਰਵਿਤ ਮਨ ਦੇ ਵਿੱਚ, ਜਿਹਦੇ ਤੁਹਾਡੇ ਮਨ ਕਰਦਾ ਅੱਜ ਇਹ ਭਾਂਡੇ ਨਾ ਹੀ ਮਾਂਜੇ, ਜਿਹੜਾ ਪੋਇਟ ਦਾ, ਕਵੀ ਦਾ ਮਨ ਹੈ, ਇੱਕ ਸੰਵੇਦਨਸ਼ੀਲ ਵਿਅਕਤੀ ਦਾ। ਕਿਸੇ ਦਾ ਜ਼ਰੂਰੀ ਨਹੀਂ ਉਹ ਪੋਇਟ ਹੋਵੇ, ਐ ਬੀਜਨਾਸ਼ ਤਾਂ ਨਹੀਂ ਹੁੰਦੇ ਹੈਗੇ, ਪਰ ਮਿਡਲ ਕਲਾਸ ਦੀਆਂ ਉਹ ਸਾਰੀਆਂ ਹੀ ਔਰਤਾਂ ਜਿਹੜੀਆਂ ਨਾਰੀਵਾਦ ਦੇ ਨਾਂ ਦੇ ਉੱਤੇ, ਮੈਂ ਡਿਬੇਟ 'ਚ ਹਿੱਸਾ ਲੈਣ ਵਾਲੀਆਂ ਕੁੜੀਆਂ ਜਾਂ ਔਰਤਾਂ ਦੀ ਗੱਲ ਨਹੀਂ ਇਕੱਲਾ ਕਰ ਰਿਹਾ। ਮੈਂ ਕਹਿ ਰਿਹਾ ਕਿ ਜਿਹੜੀਆਂ ਪਿੱਸਦੀਆਂ ਆਪਣੇ ਆਪ ਨੂੰ ਮਹਿਸੂਸ ਕਰਦੀਆਂ ਨੇ, ਪਰ ਜਦੋਂ ਉਹਨਾਂ ਦੇ ਕੋਲ ਨਿਰਮਲਾ ਜਾਂਦੀ ਹੈ ਫਿਰ ਨਿਰਮਲਾ ਆਪਣੀ ਕਲਾਸ ਨਾਲ ਲੈ ਕੇ ਜਾਂਦੀ ਹੈ ਉਹਨਾਂ ਦੀ। ਮੈਨੂੰ ਲੱਗਦਾ ਉੱਥੇ ਉਹ ਲੜਾਈ ਚਾਣ ਕੇ ਕਿਤੇ ਨਾ ਕਿਤੇ ਕੋਈ
ਤੁਹਾਨੂੰ ਐਸਾ ਦੁਫੇੜ ਨਜ਼ਰ ਆਉਂਦਾ ਹੈ, ਕਿਤੇ ਨਾ ਕਿਤੇ ਕੋਈ ਤਰੇੜ ਨਜ਼ਰ ਆਉਂਦੀ ਹੈ ਕਿ ਭਾਈ ਜਦੋਂ ਤੁਹਾਡੇ ਕੋਲ ਇਸ ਨਿਰਮਲਾ ਨੇ ਜਾਣਾ ਆ, ਉਦੋਂ ਇਹਨੇ ਆਪਣੇ ਕਲਾਸ ਕਰੈਕਟਰ ਨਾਲ ਜਾਣਾ, ਉਦੋਂ ਤੁਸੀਂ ਅਪਰ ਮਿਡਲ ਕਲਾਸ ਵਾਲੇ ਕਰੈਕਟਰ ਦੇ ਨਾਲ ਇਹਨੇ ਡੀਲ ਕਰਨਾ ਆ। ਇਹਨਾਂ ਨਿਰਮਲਾ ਔਰਤ ਵਾਂਗ ਡੀਲ ਨਹੀਂ ਕਰਨਾ। ਮੇਰਾ ਸੰਕਟ ਇੱਥੇ ਫਸਿਆ ਹੋਇਆ। ਤੁਸੀਂ ਵੀ ਦੇਖਦੇ ਹੋਵੋਗੇ ਉੱਥੇ ਤੁਹਾਡੇ ਆਲੇ ਦੁਆਲੇ ਸਾਰੇ ਕਰੈਕਟਰ ਜਿਹੜੇ ਨੇ, ਉਸ ਮਿਡਲ ਕਲਾਸ ਦੀ ਔਰਤ ਦੀ ਸਾਈਕੋਲੋਜੀ ਨੂੰ ਕਿਵੇਂ ਦੇਖਦੇ ਤੁਸੀਂ? ਉਹ ਜਿਹੜੀ ਫਿਰ ਕਲਾਸ ਦੇ ਵਿੱਚੋਂ ਵੀ ਨਿਰਮਲਾ ਨੂੰ ਦੇਖਦੀ ਹੈ, ਜਿਹੜੀ ਇੱਕ ਲੜਾਈ ਮਰਦਾਵੀ ਹੋਣ ਦੇ ਖਿਲਾਫ ਲੜਨ ਲਈ ਤਿਆਰ ਆ, ਪਰ ਆਪਣੀ ਕਲਾਸ ਦੀ ਧੌਂਸ ਉਹ ਮਰਦਾਵੀ ਧੌਂਸ ਦੀ ਤੌਰ ਦੇ ਉੱਤੇ ਹੀ ਰੱਖਦੀ ਆ ਉਹ ਗੋਡਾ। ਠੀਕ ਹੈ, ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਹੈ। ਮੈਂ ਸਮਝਦੀ ਹਾਂ ਕਿ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਸਿਰਫ ਸਿਧਾਂਤਕ ਤੌਰ ਤੇ ਅਸੀਂ ਗੱਲਾਂ ਕਰੀ ਜਾਈਏ, ਜਿੰਨੀ ਦੇਰ ਤੱਕ ਅਸੀਂ ਪ੍ਰੈਕਟੀਕਲੀ ਸਾਡੀ ਜ਼ਿੰਦਗੀ 'ਚ ਨਿਰਮਲਾ ਆਉਂਦੀ ਹੈ ਤੇ ਸਾਡਾ ਉਹਦੇ ਪ੍ਰਤੀ ਕੀ ਨਜ਼ਰੀਆ ਹੈ, ਜਾਂ ਮੈਂ ਕਿਸੇ ਵੇਲੇ ਨਿਰਮਲਾ ਦੀ ਥਾਂ ਤੇ ਖੜੀ ਹਾਂ ਤੇ ਮੇਰਾ ਕੀ ਨਜ਼ਰੀਆ ਹੈ, ਇਹ ਵੱਖਰਾ ਨਹੀਂ ਹੋਣਾ ਚਾਹੀਦਾ। ਮੇਰਾ ਮੰਨਣਾ ਇਹ ਹੈ। ਸੈਕੰਡ, ਮੈਂ ਇੱਕ ਹੋਰ ਉਸ ਡਿਬੇਟ 'ਚੋਂ ਜਿਹੜਾ ਕੁਝ ਖੁੰਝ ਗਿਆ ਪਾਉਣਾ ਆ, ਮੇਰੇ ਆਪਣੇ ਮਨ ਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੇ ਸੰਘਰਸ਼ ਕਰਨਾ ਹੈ ਜਾਂ ਕਿਵੇਂ। ਇਸੇ ਤਰੀਕੇ ਦਲਿਤ ਇਸ਼ੂ ਨੂੰ ਲੈ ਕੇ ਵੀ ਮੇਰੇ ਮਨ 'ਚ ਬਹੁਤ ਸਾਰੇ ਸਵਾਲ ਨੇ। ਤੁਹਾਡਾ ਉਹ ਸਬਜੈਕਟ ਨਹੀਂ ਕਰਕੇ ਮੈਂ ਨਹੀਂ ਗੱਲ ਕਰਦਾ। ਮੈਂ ਆਪਣੇ ਪਿੰਡਾਂ ਦੇ ਵਿੱਚ ਦੇਖਦਾ ਅੱਜ ਵੀ, ਅਸੀਂ ਆਪਣੀਆਂ ਮਾਵਾਂ ਨੂੰ ਦੇਖਿਆ, ਆਪਣੀਆਂ ਚਾਚੀਆਂ, ਮਾਮੀਆਂ, ਮਾਸੀਆਂ ਨੂੰ, ਸਾਰਿਆਂ ਨੂੰ ਦੇਖਿਆ ਹੋਇਆ, ਉਹਨਾਂ ਬਜ਼ੁਰਗ ਬੀਬੀਆਂ ਨੂੰ ਦੇਖਿਆ ਹੋਇਆ, ਜਿਹੜੀਆਂ ਆਪਣੇ ਗੀਤਾਂ ਰਾਹੀਂ, ਆਪਣੇ ਬਲਬਲੇ, ਜਿਹੜੀਆਂ ਆਪਣੀਆਂ ਘੋੜੀਆਂ ਰਾਹੀਂ, ਸੁਹਾਗਾਂ ਰਾਹੀਂ, ਸਿੱਠਣੀਆਂ ਰਾਹੀਂ, ਬੈਣਾ ਰਾਹੀਂ, ਈਵਨ ਜਿਹੜੇ ਆਪਣੇ ਬਲਬਲੇ, ਆਪਣੀਆਂ ਗੱਲਾਂ, ਈਵਨ ਕਈ ਵਾਰ ਉਹ ਭਾਵੇਂ ਮੁੰਡਿਆਂ ਖੁੰਡਿਆਂ ਜਾਂ ਨੂੰ ਭਜੂ ਕੇ ਬੀਬੀਆਂ ਇੱਧਰ ਉੱਧਰ ਵਿਆਹਾਂ 'ਚ ਬੋਲੀਆਂ ਬਾਲੀਆਂ ਪਾਉਂਦੀਆਂ, ਤਾਂ ਉਹਨੂੰ ਅਸ਼ਲੀਲਤਾ ਸ਼ਬਦ ਮੈਂ ਨਹੀਂ ਕਹਿੰਦਾ, ਪਰ ਨੰਗੇ ਚਿੱਟੇ ਗਾਣੇ ਵੀ ਗਾਉਂਦੀਆਂ ਸੁਣੀਆਂ ਹੋਈਆਂ ਨੇ। ਅਸੀਂ ਬਹੁਤੀ ਪਰਵਾਹ ਵੀ ਨਹੀਂ ਸੀ ਕਰਦੀਆਂ ਹੁੰਦੀਆਂ, ਬੰਦਿਆਂ ਦੀ ਬਹੁਤੀ ਪਰਵਾਹ ਨਹੀਂ। ਲੋਕ ਗੀਤਾਂ ਦੇ ਵਿੱਚ ਉਹਨਾਂ ਨੇ ਜੋ ਕੁਝ ਦਬਿਆ ਹੋਇਆ ਹੁੰਦਾ ਸੀ ਉਹਨਾਂ ਦੇ ਅੰਦਰ, ਮੈਂ ਇਹ ਕਹਿੰਦਾ ਜੋ ਕੁਝ ਕ੍ਰੀਏਟਿਵ ਹੁੰਦਾ ਸੀ ਉਹਨਾਂ ਦੇ ਅੰਦਰ, ਕ੍ਰੀਏਟਿਵ ਵੀ ਹੁੰਦਾ ਸੀ, ਪਰ ਉਹ ਆਮ ਨਹੀਂ। ਉਹ ਸਾਰਾ ਗੁੱਸਾ ਉਹਦੇ ਵਿੱਚ ਕੱਢਣੀ। ਸਿੱਠਣੀਆਂ ਹੋਰ ਕੀ ਨੇ? ਮੈਂ ਕਹਿੰਦਾ ਸਿੱਠਣੀਆਂ ਇਹੀ ਤੇ ਨੇ ਜੋ ਗਾਲਾਂ ਉਹ ਨਹੀਂ ਕੱਢ ਸਕਦੀਆਂ। ਅਸੀਂ ਇੱਥੇ ਆਣ ਕੇ ਸੰਕਟ 'ਚ ਫਸ ਗਏ, ਅਸੀਂ ਸੰਕਟ 'ਚ ਫਸ ਗਏ ਕਿ ਅਸੀਂ ਦੇਖਿਆ ਕਿ ਉਹਨਾਂ ਦੇ ਅੰਦਰ ਜੋ ਦੱਬ ਗਿਆ ਹੈ, ਸਿੱਠਣੀਆਂ ਦੱਬ ਗਏ ਦੀਆਂ ਗਾਲਾਂ ਨੇ, ਤੇ ਸੁਹਾਗ ਕੀ ਨੇ ਭਾਈ? ਉਹ ਉਹਨਾਂ ਦੀ ਭਾਵਨਾਵਾਂ ਨੇ। ਸਿੱਠਣੀਆਂ ਕੀ, ਘੋੜੀਆਂ ਕੀ ਨੇ? ਇੱਕ ਚੀਜ਼ ਥੋੜੀ ਹੁੰਦੀ ਹੈ। ਉਹ ਈਵਨ ਜੇ ਸਿੱਠਣੀਆਂ ਵੀ ਨੇ ਤੇ ਸਿੱਠਣੀਆਂ ਦੀ ਸਮਾਜਿਕਤਾ, ਤੁਸੀਂ, ਮੈਂ ਦਾਰਸ਼ਨਿਕ ਪਹਿਲੂ ਦੀ ਗੱਲ ਕਰਦਾ, ਆਪਾਂ ਸਿੱਠਣੀ ਦੀ ਗੱਲ ਕਰ ਰਹੇ ਹਾਂ। ਤਾਂ ਸਿੱਠਣੀ ਹੈ, ਬੇਦੀ ਦੇ ਤੋਤੇ ਨਾ ਗਹਿਣ ਸਾਲਿਆ ਲਾੜਿਆ, ਪੇ ਦੀਆਂ ਕੁੜੀਆਂ ਤੂੰ ਗਿਣਵੇ। ਕੀ ਬਾਤ ਹੈ। ਵੀ ਤੂੰ ਬੇਦੀ ਦੇ ਤੋਤੇ ਗਿਣਦੇ ਆ, ਤੂੰ ਇਹ ਦੇਖ ਰਿਹਾ ਕਿੰਨੇ ਭਰਾ ਨੇ, ਇਹਦੇ ਕੁੜੀ ਦੇ ਉਹਨਾਂ ਦਾਜ ਮਿਲੂਗਾ, ਉਹਨੇ ਪੈਸੇ ਜਾਂ ਉਨੀ ਸੇਵਾ ਹੋਊਗੀ, ਤੇ ਉਹ ਸਮਾਜਿਕਤਾ, ਵੀ ਉਹਦੀ ਆਰਥਿਕਤਾ ਨੂੰ ਨਾਲ ਜੋੜ ਕੇ ਵੀ ਤੂੰ ਤੇਰੇ ਪੇ ਦੀਆਂ ਵੀ ਕੁੜੀਆਂ, ਤੈਨੂੰ ਵੀ ਦਾਜ ਦੇਣਾ ਪੈਣਾ, ਤੈਨੂੰ ਵੀ ਸੇਵਾ ਕਰਨੀ ਪੈਣੀ ਹੈ, ਤੂੰ ਉਹ ਵੀ ਗਿਣ। ਹੁਣ ਉਹ ਸਿੱਠਣੀਆਂ ਰਾਹੀਂ ਸਮਾਜ ਚਾਰੇ ਦੀ ਜਿਹੜੀ ਸਮਝ ਹੈ ਉਸ ਔਰਤ ਦੀ, ਜਿਨ੍ਹਾਂ ਨੇ ਉਹ ਸਿੱਠਣੀਆਂ ਘੜੀਆਂ ਨੇ, ਹਨਾ, ਮਤਲਬ ਜਾਂ ਮੈਂ ਦੇਖਦਾ ਸੀਗਾ ਉਹ ਪੂਜਾ ਕਰਨ ਜਾ ਰਹੇ ਨੇ ਜਠੇਰਿਆਂ ਦੀ, ਜਾਂ ਕੋਈ ਦਰਸ਼ਨ ਦੇਵੀ ਪੀਰ ਆਵੇ ਅਸੀਂ ਕੌਣ ਵੇਲੇ ਦੀਆਂ ਖੜੀਆਂ, ਤੇ ਫਿਰ ਉਹ ਲਾਈਨ ਬੋਲਦੀਆਂ ਸੀ, ਦਰਸ਼ਨ ਐਸੇ ਦਿੱਤੇ ਚਾਰੇ ਖੋਲ ਦਿੱਤੇ ਦਰਵਾਜ਼ੇ। ਯਾਨੀ ਚੌਂ ਕੂਟਾਂ ਦੇ ਚਿੰਤਨ ਦੀ ਗੱਲ ਉਹ ਸਾਡੀਆਂ ਬੀਬੀਆਂ ਜਿਹੜੀਆਂ ਉਹ ਪਾ ਰਹੀਆਂ ਸੀਗੀਆਂ, ਉਹ ਸਾਰੀ ਡਿਬੇਟ ਦੇ ਵਿੱਚੋਂ ਨਾ ਉਹ ਖਾਰਜ ਹੈ। ਉਹ ਡਿਬੇਟ 'ਚ ਆਉਣਾ, ਮੈਂ ਤੁਹਾਡੀ ਵੀ ਇੰਟਰਵਿਊਜ਼ ਸੁਣੀਆਂ ਨੇ, ਇੱਕ ਦੋ ਇੰਟਰਵਿਊ ਇਸ ਮਾਮਲੇ ਨੂੰ ਲੈ ਕੇ, ਜਾਂ ਤੁਹਾਡੇ ਆਰਟੀਕਲ ਪੜ੍ਹੇ ਨੇ। ਮੈਂ ਉਹਦੇ ਤੇ ਇਤਰਾਜ਼ ਸੀ, ਮੈਂ ਇਮਾਨਦਾਰੀ ਦੇ ਨਾਲ, ਕਿ ਨਹੀਂ ਯਾਰ, ਕੁਛ ਡਿਬੇਟਸ ਸੁਸਾਇਟੀ ਦੇ ਵਿੱਚ ਧੱਕਾ ਹੈਗਾ, ਨੋ ਡਾਊਟ, ਮਰਦਾਮੀ ਹੋ, ਪੈਟਰੀਆਰਕੀ ਆ ਸਾਡੇ, ਨੋ ਡਾਊਟ, ਪਰ ਉਹਨੂੰ ਮਤਲਬ ਨੰਗਿਆਂ ਚਿੱਟਿਆਂ ਵਨ ਸਾਈਡਡ ਜਿਹਾ ਹੋ ਕੇ, ਜਾਂ ਉਸ ਸਾਰੇ ਵਰਤਾਰੇ ਨੂੰ ਆਈਸੋਲੇਸ਼ਨ 'ਚ ਰੱਖ ਕੇ ਜਦੋਂ ਅਸੀਂ ਦੇਖਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਹੁਣ ਤੁਹਾਡੇ ਕੋਲੋਂ ਇਹੀ ਤਵੱਕੋ ਕਰੀ ਜਾਣਾ ਕਿ ਤੁਸੀਂ ਨਾਰੀਵਾਦੀ ਕਵਿਤਾ ਲਿਖਦੇ ਹੋ, ਤੁਸੀਂ ਕੁੜੀਆਂ ਦੀ ਕਵਿਤਾਵਾਂ ਲਿਖਦੇ ਨੇ,
ਇਸ ਪੋਇਟਰੀ ਦੇ ਵਿੱਚ ਆਣ ਕੇ ਡਾਇਰੈਕਟ ਪੋਲੀਟੀਕਲ ਹੋ ਜਾਂਦੀ ਆ। ਪਹਿਲੀਆਂ 2 3 4 ਕਵਿਤਾਵਾਂ ਦੇ ਵਿੱਚ ਹੀ ਮੈਂ ਨੋਟ ਕਰ ਰਿਹਾ ਸੀਗਾ, ਮਾਓਵਾਦੀ, ਅਰਬਨ ਨਕਸਲ, ਗੱਦਾਰ, ਟੁਕੜਾ ਟੁਕੜਾ ਗੈਂਗ, ਇਹ ਜਿਹੜੇ ਨਾਕਾਬਲੇ ਬਰਦਾਸ਼ਤ ਸ਼ਬਦ ਆ ਗਏ ਨੇ ਸੋਸਾਇਟੀ ਦੇ ਵਿੱਚ, ਜਾਂ ਉਹ ਸ਼ਬਦ ਜਿਹੜੇ ਫਿਰ ਸਰਕਾਰਾਂ ਨੂੰ ਲਈ ਨਾਕਾਬਲੇ ਬਰਦਾਸ਼ਤ ਨੇ ਤੁਹਾਡੀ ਕਵਿਤਾ ਦੇ ਵਿੱਚ, ਉਹ ਆਣ ਕੇ ਖੜਕਣ ਲੱਗ ਪੈਂਦੇ ਨੇ, ਜਿਹਨੂੰ ਮੈਂ ਖੜਕਵੀਂ ਕਵਿਤਾ ਕਹਿ ਰਿਹਾ ਸੀ। ਤਾਂ ਮੇਰੇ ਖਿਆਲ ਦੇ ਨਾਲ ਨਾਰੀ ਵਾਲਾ ਸਵਾਲ ਫਿਰ ਇਹਦੇ ਥਰੂ ਹੋ ਕੇ ਜਦੋਂ ਸਾਡੇ ਤੱਕ ਪਹੁੰਚਦਾ ਹੈ ਤਾਂ ਕਿਤੇ ਨਾ ਕਿਤੇ ਉਹਦਾ ਬ੍ਰੌਡਰ ਪਰਸਪੈਕਟਿਵ ਤੋਂ ਜਿਹੜਾ ਹੈ ਉਹ ਅਸੀਂ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ। ਜਾਂ ਕਹਾਂ ਮੈਂ ਇੱਥੇ ਆਣ ਕੇ ਤੁਹਾਡੀ ਕਵਿਤਾ ਬਹੁਤ ਜ਼ਿਆਦਾ ਪੋਲੀਟੀਕਲ ਹੋ ਜਾਂਦੀ, ਮੈਂ ਉਸ ਡਿਬੇਟ ਨੂੰ ਆਪਾਂ ਇਸ ਕਿਤਾਬ ਵੱਲ ਲੈ ਆਉਂਦੇ ਹਾਂ ਥੋੜਾ ਜਿਹਾ। ਤਾਂ ਇੱਕ ਅੱਧੀ ਕੋਈ ਪੋਲੀਟੀਕਲ ਕਵਿਤਾ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਉਹ ਸ਼ੇਅਰ ਕਰੋ, ਤੇ ਆਪਾਂ ਤੁਹਾਡੀ ਇਸ ਕਵਿਤਾ ਦੀ ਪੋਲਿਟਿਕਸ ਕੀ ਆ। ਇਹ ਸਬੂਤ ਕਵਿਤਾ ਹੈ ਜੀ। ਇਹ ਸਾਬਤ ਤਾਂ ਮੇਰੇ ਪੁਰਖਿਆਂ ਨੇ ਹੀ ਕਰ ਦਿੱਤਾ ਸੀ, ਆ ਗਏ ਸਨ ਜਦ ਆਪਣੀ ਜਨਮ ਭੂਮੀ ਨੂੰ ਪਿੱਠ ਦੇ ਕੇ, ਕੀ ਬਾਤ ਹੈ, ਤੇ ਉੱਗਣ ਲੱਗੇ ਸਨ ਇਸ ਜ਼ਮੀਨ ਤੇ। ਵਾਹ। ਸੋਚਿਆ ਹੋਵੇਗਾ ਸ਼ਾਇਦ ਇੱਥੇ ਹੀ ਨੇ ਉਹਨਾਂ ਦੇ ਆਪਣੇ ਲੋਕ। ਜ਼ਹਿਰ ਦੀਆਂ ਫਸਲਾਂ ਲਹਿਲਾ ਰਹੀਆਂ ਸਨ, ਗੱਡੀਆਂ ਭਰ ਭਰ ਲਾਸ਼ਾਂ ਦੀਆਂ ਆ ਜਾ ਰਹੀਆਂ ਸਨ, ਤੇ ਜੋ ਨਹੀਂ ਸਨ ਗਏ ਆਪਣੀ ਜਨਮ ਭੂਮੀ ਛੱਡ ਕੇ, ਸਭ ਤਾਂ ਉਹਨਾਂ ਨੇ ਵੀ ਕਰ ਦਿੱਤਾ ਸੀ। ਕੀ ਬਾਤ ਹੈ, ਕੀ ਬਾਤ ਹੈ, ਕਿ ਜੋ ਨਹੀਂ ਸਨ ਗਏ ਆਪਣੀ ਜਨਮ ਭੂਮੀ ਛੱਡ ਕੇ, ਸਭ ਤਾਂ ਉਹਨਾਂ ਨੇ ਵੀ ਕਰ ਦਿੱਤਾ ਸੀ। ਪਰ ਤੁਸੀਂ ਭੁੱਲਣ ਕਿੱਥੇ ਦਿੰਦੇ ਹੋ ਕਿ ਤੁਹਾਡੇ ਮਜ਼ਹਬ ਵੱਡੇ ਨੇ ਮਿੱਟੀ ਤੋਂ। ਕੀ ਬਾਤ ਹੈ। 84 ਤੇ 2002 ਜਿਹੇ ਪਹਾੜ ਵੀ ਜਰ ਰਹੇ ਅਸੀਂ ਸੀਨਿਆਂ ਤੇ ਫਿਰ ਵੀ ਲਿਖੇ ਜਾਂਦੇ ਰਹੇ ਅਸੀਂ ਤੁਹਾਡੇ ਰਜਿਸਟਰਾਂ ਵਿੱਚ। ਵਾਹ। ਸ਼ਰਨਾਰਥੀਆਂ ਦੀ ਸ਼ਨਾਖਤ ਜਿਉਂਦੇ ਪੁਰਖੇ ਨਹੀਂ ਜਾਣਦੇ ਸਨ ਕਿ 2 ਪੀੜ੍ਹੀਆਂ ਮਗਰੋਂ ਉਹਨਾਂ ਦੇ ਵਾਰਸ ਹੋ ਜਾਣਗੇ ਫਿਰ ਸਵਾਲੀਆ ਨਿਸ਼ਾਨ। ਐਨੇ ਸਬੂਤ ਤਾਂ ਉਹਨਾਂ ਵੀ ਨਹੀਂ ਸਨ ਦਿੱਤੇ, ਤੇ ਮਿਲ ਗਏ ਸਨ ਘਰ-ਬਾਰ, ਜ਼ਮੀਨ, ਮਕਾਨ। ਛੱਜ ਦੇ ਛਟਿਓ ਇਰਾਨੀਓ, ਪਰਸਤਾਨੀਓ, ਤੁਹਾਡੀ ਹੈ ਛਟਣ, ਛਾਨਣ, ਪੁਣਨ ਤੇ ਚੁਣਨ ਦੀ ਨੀਤੀ। ਤਾਂ ਅਸੀਂ ਹੁਣ ਤੁਹਾਡੀ ਤਕੜੀ ਤੇ ਤੋਲਣ ਤੋਂ ਇਨਕਾਰ ਕਰਦੇ ਹਾਂ। ਨਾ ਵਿਖਾਓ ਸਾਨੂੰ ਅਸਾਮ 'ਚ ਚੱਲਦੇ ਆਪਣੇ ਨਾਜ਼ੀ ਕੈਂਪ, ਤੁਹਾਡੀ ਹਰ ਹੁੰਕਾਰ ਨੂੰ ਟੱਕਰਨ ਦਾ ਅਸੀਂ ਇਕਰਾਰ ਕਰਦੇ ਹਾਂ। ਮਾਰ ਮਾਰ ਖੁਰ ਜੋ ਉਡਾ ਰਹੇ ਹੋ ਮਿੱਟੀ, ਤੁਹਾਡੀਆਂ ਅੱਖਾਂ ਤੁਹਾਡੇ ਸਿਰਾਂ ਨੂੰ ਉਹੀ ਸਾਡਾ ਪਤਾ ਦੇਵੇਗੀ। ਔਰ ਦੇਖੋ ਨਾ ਕਿ ਇੱਕ ਟਾਈਮ ਹੈ, ਇੱਕ ਸਮਾਂ ਹੈ, ਸਾਡੇ ਕੋਲ ਇੱਕ ਐਸੇ ਹਾਲਾਤ ਆ ਗਏ ਨੇ ਸਾਡੇ ਕੋਲ ਕਿ ਸਾਨੂੰ ਫੇਰ ਉਹਨਾਂ ਸਮਿਆਂ ਨੂੰ, ਜਿਹੜੇ ਸਮੇਂ ਕਿਤੇ ਵੱਧ ਰੱਤ ਪੀਣੇ ਸਾਨੂੰ ਹਿਸਟਰੀ 'ਚ ਦਿਖਾਈ ਦਿੰਦੇ ਸੀ, ਉਹਨਾਂ ਸਮਿਆਂ ਨੂੰ ਰੀਕਾਲ ਕਰਨਾ ਪੈ ਰਿਹਾ ਹੈ। ਔਰ ਸਮੇਂ ਧੁੰਦਲੇ ਪੈ ਰਹੇ ਨੇ। ਉਹ ਅੱਜ ਦੇ ਸਾਹਮਣੇ ਤੁਹਾਡੀ ਪੋਇਟਰੀ ਚਾਣ ਕੇ ਤੁਹਾਨੂੰ ਸਾਫ਼ ਸਾਰਾ ਹੋ ਜਾਂਦਾ ਸੀ ਪਹੁੰਚ ਕਿੱਥੇ ਗਏ। ਨਹੀਂ, ਧੁੰਦਲਾ ਕਿਹੜਾ ਸਮਾਂ ਕਹਿ ਰਹੇ ਹੋ? ਮੈਂ ਕਹਿ ਰਿਹਾ ਕਿ ਤੁਸੀਂ ਇਹਦੇ ਵਿੱਚ ਹਿਸਟਰੀ 'ਚ ਜਾਂਦੇ ਆ, 47 ਨੂੰ ਚੇਤੇ ਕਰਦੇ ਹੋ। 47 ਤੁਹਾਨੂੰ ਲੱਗਦਾ ਹੈ ਕਿ ਉਹ 47 ਫਿਰ ਗੂੜਾ ਹੋ ਰਿਹਾ? ਮੈਂ ਗੂੜਾ ਕਹਿ ਰਿਹਾ, 84 ਫਿਰ ਗੂੜਾ ਹੋ ਰਿਹਾ। ਮੈਂ ਗੂੜਾ ਇਸ ਸੈਂਸ 'ਚ ਕਹਿ ਰਿਹਾ, ਫਿੱਕਾ ਇਸ ਸੈਂਸ 'ਚ ਕਹਿ ਰਿਹਾ ਕਿ ਤੁਹਾਡੀ ਪੋਇਮ ਕਹਿ ਰਹੀ ਹੈ ਕਿ ਤੁਸੀਂ ਜੋ ਅੱਜ ਕੀਤਾ ਹੈ ਉਹ ਉਦੋਂ ਹੋਇਆ ਨਹੀਂ ਯਾਰ। ਉਦੋਂ ਤਾਂ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਕੋਲ ਰਜਿਸਟਰਡ ਨਹੀਂ ਸੀ ਕੀਤਾ ਗਿਆ ਸਾਨੂੰ। ਸੋ ਉਹਨੂੰ ਰੀਕਾਲ ਕਰਦੇ ਆ, ਕਿਤੇ ਨਾ ਕਿਤੇ ਰਿੜਕਦੇ ਆ ਅਸੀਂ। ਮੈਨੂੰ ਲੱਗਦਾ ਕਿ ਅੱਜ ਅਸੀਂ ਉੱਥੇ ਪਹੁੰਚ ਗਏ ਆ ਕਿ ਉਹ ਗੂੜਾ ਤਾਂ ਹੋ ਰਿਹਾ ਇਤਿਹਾਸ ਪਿਛਲਾ, ਉਹ ਰੱਤ ਭਿੱਜੇ ਸਮੇਂ ਦਾ ਮੈਂ ਇਤਿਹਾਸ ਦੀ ਗੱਲ ਕਰ ਰਿਹਾ, ਜਿਹੜੀ ਉਹ ਗੂੜਾ ਤਾਂ ਹੋ ਰਿਹਾ। 84 ਗੂੜਾ ਹੋ ਰਿਹਾ, 47 ਗੂੜਾ ਹੋ ਰਿਹਾ, ਪਰ ਇਹਨਾਂ ਦੇ ਮੁਕਾਬਲੇ ਤੇ ਘੱਟ ਗੂੜਾ ਹੋ ਰਿਹਾ। ਕਿ ਭਾਈ ਤੁਸੀਂ ਜਿੰਨੇ ਗੂੜੇ ਹੋ ਗਏ ਆ, ਐਨੇ ਤਾਂ ਜੇ ਅਸੀਂ ਹਿਸਟਰੀ 'ਚ ਉਹ ਜਿਹੇ ਮਰਹਲੇ ਯਾਦ ਕਰੀਏ ਤਾਂ ਕਿਤੇ ਸਾਨੂੰ ਕਿਤੇ ਨਾ ਕਿਤੇ ਕੋਈ ਐਸਾ ਲੱਭਦਾ ਹੈ ਸਾਨੂੰ ਜਿੱਥੇ ਤੁਸੀਂ ਰਤਾ ਭਰ ਸਾਹ ਲੈ ਸਕਦੇ ਆ, ਕਿਤੇ ਨਾ ਕਿਤੇ ਕੋਈ ਦਮ ਭਰ ਸਕਦੇ ਆ। ਤਾਂ ਮੈਨੂੰ ਲੱਗਦਾ ਦੈਟਸ ਵਾਈ ਗੌਰੀ ਲੰਕੇਸ਼ ਨੂੰ ਸਮਰਪਿਤ ਹੋ ਗਈ ਹੈ ਕਵਿਤਾ। ਇਹ ਕਿਤਾਬ ਗੌਰੀ ਲੰਕੇਸ਼ ਨੂੰ ਸਮਰਪਿਤ ਹੈ। ਔਰ ਏਡੀ ਤਿੱਖੀ ਪੋਲੀਟੀਕਲ ਵੀ ਹੋ ਗਈ। ਪਹਿਲਾਂ ਕਦੇ ਪੋਲੀਟੀਕਲ ਹੋਏ ਇੰਨੇ ਤਿੱਖੇ? ਨਹੀਂ, ਪਹਿਲਾਂ ਵੀ ਮੈਂ ਲਿਖੀਆਂ ਨੇ। ਜਿਸ ਲਈ 84 ਵੇਲੇ ਮੇਰੀਆਂ ਕਵਿਤਾਵਾਂ
ਉਸ ਲਈ ਜਿਹੜੀ ਪਹਿਲੀ ਕਿਤਾਬ ਆਈ ਸੀ ਬਲਦੇ ਖਤਾਂ ਦੇ ਸਰਨਾਵੇਂ, ਉਸ ਜਿੰਨੀਆਂ ਕਵਿਤਾਵਾਂ ਨੇ ਸਾਰੀਆਂ ਉਹ ਐਡਿਟ ਸੀ ਤੁਹਾਡੀ ਕਿਤਾਬ? ਹਾਂ ਐਡਿਟ ਸੀ, ਮੈਂ ਹੀ ਐਡਿਟ ਕੀਤੀ ਅੱਛਾ ਸੀ। ਜੀ। 5-6 ਕਵੀ ਜਿਹੜੇ ਉਸ ਵੇਲੇ ਲਿਖ ਰਹੇ ਸੀ। ਕਿਹੜੇ ਕਿਹੜੇ ਕਵੀ ਸੀ ਉਹਦੇ ਵਿੱਚ ਵੈਸੇ ਹਰਿਆਣੇ 'ਚ ਸੀ ਮੈਂ, ਕਿਉਂਕਿ ਡਾਕਟਰ ਰਮੇਸ਼ ਕੁਮਾਰ, ਉੱਥੇ ਡਾਕਟਰ ਕਮਲ ਨੈਣ ਕਪੂਰ ਉੱਥੋਂ ਦੇ ਕਵੀ ਸੀਗੇ, ਡਾਕਟਰ ਤਰਲੋਕ ਸਿੰਘ ਕੰਵਰ, ਪਰਮਿੰਦਰਜੀਤ ਤੇ ਮੋਹਨਜੀਤ। ਓਕੇ। ਤੇ ਮੇਰੀਆਂ ਵੀ ਕਵਿਤਾਵਾਂ, ਉਹ ਸਾਰਾ 84 ਨੂੰ ਸਮਝਣ ਦੀ ਕੋਸ਼ਿਸ਼ ਸੀ, ਪੰਜਾਬ ਦੇ ਉਹਨਾਂ ਹਾਲਾਤ ਨੂੰ ਸਾਰੇ। ਤਾਂਕ ਜਿਸ ਹਿੰਦ ਸੇ ਇੱਕ ਨਜ਼ਮ ਸੀ ਮੇਰੀ, ਕਿ ਵੀ ਅਸੀਂ ਕਿਵੇਂ ਵੰਡੇ ਗਏ ਆ ਆਪਸ 'ਚ, ਤੇ ਉਹ ਵੀ ਸੀਗੀ ਉਸ ਵੇਲੇ ਵੀ ਲਿਖੀਆਂ ਮੈਂ। ਫਿਰ ਮੇਰੀ ਜ਼ਿੰਦਗੀ ਦਾ ਆਪਣਾ ਜਿਹੜਾ ਸਫ਼ਰ ਚੱਲਦਾ ਰਿਹਾ, ਉਹਦੇ ਨਾਲ ਸੰਬੰਧਿਤ ਕਵਿਤਾਵਾਂ ਆਉਂਦੀਆਂ ਰਹੀਆਂ। ਪਰ ਇਹ ਹੁਣ ਪਿਛਲੇ ਕੁਝ ਸਮੇਂ ਤੋਂ ਬੜੀ ਸਿਆਸਤ ਤਿੱਖੀ ਹੋ ਕੇ ਆ ਗਈ ਹੈ। ਕੁਝ ਤੁਸੀਂ ਆਪ ਅਵੇਅਰ ਹੋ ਜਾਂਦੇ ਹੋ ਸਮੇਂ ਦੇ ਨਾਲ ਨਾਲ। ਮੈਂ ਹਮੇਸ਼ਾ, ਜਦੋਂ ਤੁਸੀਂ ਨਾਰੀਵਾਦ ਦੀ ਗੱਲ ਕਰ ਰਹੇ ਹੋ, ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਉਹ ਮਸਲੇ ਵੀ ਨੇ ਜਿਹੜੇ ਮੇਰੇ ਆਪਣੇ ਮਸਲੇ ਨੇ ਜਾਂ ਨਿਰਮਲਾ ਦੇ ਮਸਲੇ ਨੇ, ਤਾਂ ਉਹ ਉਸੇ ਤਰ੍ਹਾਂ ਹੀ ਦੇਸ਼ ਦੇ ਮਸਲੇ ਨੇ। ਜਿਸ ਸਮੇਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਤਾਂ ਸਾਰੇ ਮਸਲੇ ਆਪਣੇ ਆਪ 'ਚ ਮਹੱਤਵਪੂਰਨ ਨੇ। ਤੇ ਜੋ ਸ਼ਾਇਰ ਹੈ ਸੰਵੇਦਨਸ਼ੀਲ ਹੈ, ਜਿਹੜੀ ਚੀਜ਼ ਉਹਦੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ ਉਹਦੇ ਬਾਰੇ ਲਿਖੇਗਾ, ਔਰ ਲਿਖਣਾ ਚਾਹੀਦਾ, ਸਭ ਨੂੰ ਲਿਖਣਾ ਚਾਹੀਦਾ। ਮੈਨੂੰ ਕਈਆਂ ਨੇ ਕਿਹਾ ਕਿ ਤੁਹਾਡੀ ਕਵਿਤਾ ਲਾਊਡ ਹੋ ਗਈ, ਇਹਦੇ 'ਚ ਕੁਝ ਕਵਿਤਾਵਾਂ ਐਸੀਆਂ ਨੇ ਕਹਿੰਦੇ ਬਈ ਥੋੜੀ। ਮੈਂ ਕਿਹਾ ਕੋਈ ਗੱਲ ਨਹੀਂ, ਇਸ ਸਮੇਂ ਦੇ ਵਿੱਚ ਹੁਣ ਇਹਦੇ 'ਚ ਗਦਾਰ ਕਵਿਤਾ ਹੈ। ਜਦੋਂ ਵੱਡੇ ਇਕੱਠ ਮਲੇਰਕੋਟਲੇ ਐਡਾ ਵੱਡਾ ਇਕੱਠ ਹੋਇਆ, ਔਰ ਉੱਥੇ ਉਹ ਕਵਿਤਾ ਨੌਜਵਾਨ ਉਹ ਕਵਿਤਾ ਪੜ੍ਹ ਰਹੇ ਸੀ ਦੇ ਵਿਰੋਧ ਵਿੱਚ, ਨੌਜਵਾਨ ਉਸ ਕਵਿਤਾ ਨੂੰ ਪੜ੍ਹ ਰਹੇ ਨੇ, ਤੇ ਮੈਨੂੰ ਲੱਗਦਾ ਹੈ ਲਾਊਡ ਹੈ ਤੇ ਬੜਾ ਅੱਛਾ ਹੈ। ਉਹ ਨੌਜਵਾਨਾਂ ਦੇ ਅੰਦਰ ਜੋਸ਼ ਭਰ ਰਹੀ ਹੈ। ਠੀਕ ਹੈ, ਸਮਾਂ ਲਾਊਡ ਹੈ ਤੇ ਸਮਾਂ ਲਾਊਡ ਹੈ, ਜਦੋਂ ਲਾਊਡ ਹੋਣ ਦਾ ਸਮਾਂ, ਚੁੱਪ ਹੋਣ ਦਾ ਸਮਾਂ ਹੀ ਨਹੀਂ ਹੈ। ਬਿਲਕੁਲ। ਤੇ ਸੋ ਕਵਿਤਾ ਕਿਸੇ ਵੇਲੇ ਉਧਰ ਨੂੰ ਵੀ ਤੁਰ ਪੈਂਦੀ ਹੈ। ਪਰ ਮੈਂ ਇਸ ਕਵਿਤਾ ਦੀ ਗਹਿਰਾਈ ਵੀ ਦੇਖ ਰਿਹਾ ਸੀਗਾ। ਮੈਂ ਜਿਸ ਵੇਲੇ ਲਿਖ ਰਿਹਾ ਸੀ, ਮੈਂ ਉਹ ਪਹਿਰਾ ਪੜ੍ਹ ਦਿੰਨਾ। ਮੈਂ ਜਦੋਂ ਗੱਲਾਂ ਕਰਦਾ, ਫਿਰ ਤਾਂ ਮੇਰੇ ਕੋਲ ਮਾਈਕ ਹੁੰਦਾ ਨਾ, ਮੈਂ ਜੋ ਮਰਜ਼ੀ ਕਰੀ ਜਾਵਾਂ। ਜਦੋਂ ਦੂਸਰੇ ਨਾਲ ਕਰਨਾ ਗੱਲ, ਮੈਂ ਇਹ ਵੀ ਮੇਰਾ ਅਹਿਸਾਸ ਹੈ। ਮੈਂ ਤੁਹਾਨੂੰ ਕੋਈ ਤਿੱਖਾ ਸਵਾਲ ਨਹੀਂ ਕਰਨਾ, ਮੈਨੂੰ ਚੰਗਾ ਨਹੀਂ ਲੱਗਦਾ। ਜਿਹੜੇ ਲੋਕਾਂ ਦੀ ਮੈਂ ਇੱਜ਼ਤ ਬਹੁਤ ਕਰਦਾ, ਮੈਂ ਪਹਿਰਾ ਪੜ੍ਹ ਦਿੰਨਾ ਛੋਟਾ ਜਿਹਾ, ਫਿਰ ਤੁਹਾਡੇ ਕੋਲੋਂ ਕਵਿਤਾ ਸੁਣਾਂਗੇ ਆਪਾਂ, ਜ਼ਿਆਦਾ ਆਨੰਦ ਆਏਗਾ। ਮੈਂ ਸਿਰਫ ਊਬ ਤੋੜਨ ਲਈ ਆ, ਆਪਾਂ ਕੋਈ ਹਨਾ, ਮੈਂ ਆਪਣੇ ਦੋਸਤਾਂ ਦੀ ਊਬ ਤੋੜ ਰਿਹਾ ਮੇਰੀ ਸ਼ਕਲ ਦੇਖ। ਮੈਂ ਲਿਖਦਾ, ਮੈਂ ਕਿਹਾ ਕਿ ਅਗਲੀਆਂ 2 ਕਵਿਤਾਵਾਂ 'ਚ ਪਾਲ ਸਿਆਸੀ ਪ੍ਰੇਮ ਕਵਿਤਾ ਕਹਿੰਦੀ ਹੈ। ਹੁਣ ਮੈਂ ਸਿਆਸੀ ਤੇ ਪ੍ਰੇਮ ਨੂੰ ਕਿਵੇਂ ਖੇਡ ਰਿਹਾ, ਇਹ ਦੋਵੇਂ ਅਹਿਸਾਸ ਇਹਨਾਂ 2 ਕਵਿਤਾਵਾਂ 'ਚ ਗੁੰਦੇ ਹੋਏ ਨੇ। ਉਹ ਪਾਰ ਤੋਂ ਪਾਰ ਗਏ ਕਿਸੇ ਦੀ ਲਾਸ਼ ਇਧਰਲਿਆਂ ਦੇ ਮੋਢਿਆਂ ਤੇ ਵੀ ਵੇਖਦੀ ਹੈ, ਪਰ ਨਾਲ ਹੀ ਇਧਰਲਿਆਂ ਦੇ ਲਾਸ਼ 'ਚ ਪਰਿਵਰਤਿਤ ਹੋ ਜਾਣ ਦੀ ਜੋ ਹੋਣੀ ਹੈ, ਉਹ ਵੀ ਜਾਣਦੀ ਹੈ। ਉਹ ਜਾਣਦੀ ਹੈ ਜਿਹੜਾ ਉਹ ਨਹੀਂ ਜਾਣਦੀ। ਇਸੇ ਬਿਲਕੁਲ ਨਾਲ ਵਾਲੀ ਕਵਿਤਾ 'ਚ ਉਹ ਪ੍ਰੇਮ ਨੂੰ ਮਰਿਆਦਤ ਕਰਦੀ ਹੈ। ਪ੍ਰੇਮ ਤੇ ਮੌਤ 2 ਇੱਕੋ ਸਿੱਕੇ ਦੇ ਪਹਿਲੂ ਹੋ ਨਿਬੜਦੇ ਹਨ। ਪਾਲ ਦੀ ਕਵਿਤਾ ਦੀ ਖੂਬਸੂਰਤੀ ਜਿਹੜੀ ਮੈਨੂੰ ਲੱਭੀ, ਜਿਹਨੂੰ ਮੈਂ ਲਿਖਿਆ ਕਿ ਪ੍ਰੇਮ ਤੇ ਮੌਤ 2 ਇੱਕੋ ਸਿੱਕੇ ਦੇ ਪਹਿਲੂ ਹੋ ਨਿਬੜਦੇ ਨੇ। ਕਵਿਤਾ ਇੰਨੇ ਸੂਖਮ ਅਹਿਸਾਸ 'ਚ ਵਿਚਰਦੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਪ੍ਰੇਮ ਮੌਤ ਹੈ ਜਾਂ ਮੌਤ ਪ੍ਰੇਮ ਹੈ। ਇਸ ਤੋਂ ਵੱਧ ਸੂਖਮ ਇਸ਼ਾਰਾ ਕਰਦੇ ਆ ਉਹ ਕਹਿੰਦੀ ਹੈ, ਇਹ ਤੁਹਾਡੀ ਕਵਿਤਾ ਦੇਖੋ ਕਿਹੜੀ ਹੈ, ਜਿਹਦੇ ਵਿੱਚ ਕਹਿੰਦੀ ਹੈ ਕਿ ਪਿਆਰ ਨਹੀਂ ਕੋਈ ਸਿੱਧੀ ਰੇਖਾ ਬਿੰਦੂ ਤੋਂ ਬਿੰਦੂ ਤੱਕ, ਇਹ ਤਾਂ ਹੈ ਜੰਤਰ ਮੰਤਰ, ਪਤਾ ਨਹੀਂ ਕਿੱਥੋਂ ਦਾਖਲ ਹੁੰਦੇ ਤੇ ਕਿੱਥੋਂ ਨਿਕਲਦੇ ਬਾਹਰ, ਪਤਾ ਨਹੀਂ ਕੌਣ ਦਾਖਲ ਹੁੰਦਾ ਤੇ ਨਿਕਲਦਾ। ਜੇ ਤੁਹਾਨੂੰ ਲੱਭਦੀ ਹੈ ਤੇ ਉਹ ਕਵਿਤਾ ਜ਼ਰੂਰ ਸ਼ੇਅਰ ਕਰੋ। ਬੜੀ ਗਜਬ ਦੀ ਕਵਿਤਾ ਸੀ। ਦੇਖੋ ਮੇਰੇ ਕੋਲ ਇੱਥੇ ਲਿਖਦਿਆਂ ਇੱਕ ਗਲਤੀ ਹੋ ਗਈ ਹੈ, ਜਿਹੜੀ ਟੈਕਨੀਕਲ, ਜੇ ਕੋਈ ਪ੍ਰੋਫੈਸਰ ਹੁੰਦਾ ਉਹਨੇ ਜ਼ਰੂਰ ਲਿਖ ਲੈਣੀ, ਉਹਨੇ ਨਾਲ ਪੰਨਾ ਪਾ ਦੇਣਾ ਸੀਗਾ ਹਨਾ। ਮੈਂ ਫਿਰ ਪੰਨਾ ਛੱਡ ਜਾਂਦਾ, ਮੈਂ ਕਿਹਾ ਯਾਰ ਪੰਨੇ ਤੇ ਕਾਹਨੂੰ ਕੋਈ ਲੱਭਦਾ। ਤੁਸੀਂ ਐਂ ਕਰੋ, ਤੁਸੀਂ ਵਾਕ ਲੈਣ ਵਾਂਗ ਐਂ ਕੋਈ ਕਵਿਤਾ ਪੜ੍ਹ ਦਿਓ, ਆਪਾਂ ਉਹਦੇ ਬਾਰੇ ਗੱਲਾਂ ਕਰ ਲੈਂਦੇ ਹਾਂ। ਜੇ ਇਹ ਕਵਿਤਾ ਨਹੀਂ ਵੀ ਲੱਭਦੀ ਤਾਂ ਮੈਂ ਪੜ੍ਹ ਦਿੱਤੀ ਹੈ ਵੈਸੇ। ਉਸ ਪੁੱਛਿਆ ਕੀ ਹੈ ਸਿਆਸਤ ਤੇਰੀ ਕਵਿਤਾ ਦੀ, ਵਾਹ, ਤਾਂ ਆਖਦੀ ਹਾਂ ਮੇਰੀ ਕਵਿਤਾ ਦੀ ਸਿਆਸਤ ਹੀ ਹੈ ਜੋ ਪੁੱਛ ਰਹੇ ਹੋਏ ਸਵਾਲ। ਕੀ ਬਾਤ, ਵਾਹ 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 ਵਾਹ। ਕਿ ਮੇਰੀ ਕਵਿਤਾ ਦੀ ਸਿਆਸਤ ਹੀ ਹੈ ਜੋ ਪੁੱਛ ਰਹੇ ਹੋਏ ਸਵਾਲ। ਮੇਰੀ ਕਵਿਤਾ ਦੀ ਸਿਆਸਤ ਕੀ ਹੈ, ਵਾਹ ਵਾਹ। ਮੈਂ ਤਾਂ ਉਸ ਵਿਹੜੇ ਚੋਂ ਆਈ ਹਾਂ ਜਾ ਜਿੱਥੇ ਇਹ ਸਿਆਸਤ ਚੱਲਦੀ ਸੀ
ਕਿ ਮੁਰਗੀ ਦੇ ਵਾਂਗ ਦਿੱਤਿਆਂ ਨਹੀਂ ਹੁੰਦੀ ਸਵੇਰ। ਆਹਾ ਕਿ ਮੈਂ ਤਾਂ ਉਸ ਵਿਹੜੇ ਚੋਂ ਆਈ ਹਾਂ ਜਿੱਥੇ ਇਹ ਸਿਆਸਤ ਚੱਲਦੀ ਸੀ ਕਿ ਮੁਰਗੀ ਦੇ ਵਾਂਗ ਦਿੱਤਿਆਂ ਨਹੀਂ ਹੁੰਦੀ ਸਵੇਰ। ਅੱਛਾ। ਮੇਰੀ ਕਵਿਤਾ ਮੁਰਗੀ ਦੀ ਵਾਂਗ ਨਾਲ ਹੋ ਰਹੀ ਸਵੇਰ ਹੈ। ਕੀ ਬਾਤ ਹੈ। ਹਾਲੇ ਤਾਂ ਨਹੀਂ ਬੀਤਿਆ ਯੁੱਗ ਕਿ ਇੱਕ ਤੋਂ ਬਾਅਦ ਦੂਜੀ ਹੋ ਜਾਏ ਕੁੜੀ ਤਾਂ ਬਣ ਜਾਂਦੀ ਹੈ ਸਵਾਲ, ਕੀ ਬਾਤ ਹੈ। ਕਿਵੇਂ ਤੁਰੇਗਾ ਵੰਸ਼, ਕਿਵੇਂ ਤੁਰੇਗਾ ਵੰਸ਼। ਵਾਹ। ਅੱਜ ਇੱਕ ਉਮਰ ਤੋਂ ਬਾਅਦ ਬੀਤ ਰਹੇ ਨੇ ਵੀਰਾਂ ਦੇ ਮਾਂ ਪਿਓ ਦੇ ਨਾਂ ਦੇ ਖਾਨੇ। ਕੀ ਬਾਤ ਹੈ। ਕਿ ਅੱਜ ਇੱਕ ਉਮਰ ਤੋਂ ਬਾਅਦ ਬੀਤ ਰਹੇ ਨੇ ਵੀਰਾਂ ਦੇ ਮਾਂ ਪਿਓ ਦੇ ਨਾਂ ਦੇ ਖਾਨੇ ਤੇ ਬੀਤ ਹੀ ਜਾਣਗੇ ਅਗਲੀ ਪੀੜ੍ਹੀ ਤੱਕ। ਕੀ ਬਾਤ ਹੈ। ਵਾਹ ਵਾਹ ਵਾਹ। ਪਰ ਲਿਖਿਆ ਜਾਂਦਾ ਹੈ ਕਿਸੇ ਕਿਤਾਬ ਵਿੱਚ ਮੇਰੀ ਮਾਂ ਮੇਰੇ ਪਿਤਾ ਦਾ ਨਾਮ, ਤਾਂ ਜ਼ਿੰਦਾ ਰਹੇਗਾ ਉਹ ਜਿੰਨਾ ਚਿਰ ਜ਼ਿੰਦਾ ਰਹੇਗੀ ਕਿਤਾਬ। ਕੀ ਬਾਤ ਹੈ। ਪਰ ਕਿਸੇ ਕਿਤਾਬ ਵਿੱਚ ਲਿਖਿਆ ਜਾਂਦਾ ਹੈ ਮੇਰੀ ਮਾਂ ਮੇਰੇ ਪਿਤਾ ਦਾ ਨਾਮ, ਤਾਂ ਜ਼ਿੰਦਾ ਰਹੇਗਾ ਉਹ ਨਾਮ ਜਿੰਨਾ ਚਿਰ ਜ਼ਿੰਦਾ ਰਹੇਗੀ ਕਿਤਾਬ। ਕੀ ਬਾਤ ਹੈ। ਪਿਤਾ ਸਨ ਕਵੀ, ਉਹਨਾਂ ਨੂੰ ਸਾਰੇ ਆਖਦੇ ਵੀ ਕਵੀ ਸਨ, ਪਰ ਜਦੋਂ ਛਪੀ ਪਹਿਲੀ ਵਾਰ ਮੇਰੀ ਕਵਿਤਾ ਅਖਬਾਰ ਵਿੱਚ ਤਾਂ ਉਹਨਾਂ ਦੀ ਤਿਉੜੀ ਵਿੱਚ ਉੱਭਰ ਪਿਆ ਸੀ ਸਵਾਲ। ਕੀ ਬਾਤ ਹੈ। ਮੈਨੂੰ ਪੜ੍ਹਦੀ ਨੂੰ ਵੇਖ ਸਦਾ ਕਹਿੰਦੇ ਸਨ ਡੂਢ ਅੱਖਰ ਨਹੀਂ ਆਉਂਦਾ ਇਸ ਕੁੜੀ ਨੂੰ, ਤੇ ਕਿਤਾਬਾਂ ਲੈ ਕੇ ਬੈਠੀ ਰਹਿੰਦੀ ਏ। ਤੇ ਉਸ ਦਿਨ ਫਿਰ ਬੋਲਾਂ ਵਿੱਚ ਸੀ ਤਿਉੜੀ, ਅਸੀਂ ਤਾਂ ਸਾਰੀ ਉਮਰ ਲਿਖਦੇ ਰਹੇ, ਇਸ ਡੂਢ ਕਵਿਤਾਵਾਂ ਲਿਖੀਆਂ ਨੇ ਤੇ ਛਪ ਗਈ ਹੈ ਅਖਬਾਰ ਵਿੱਚ। ਕੀ ਬਾਤ। ਅੱਜ ਮੇਰੀ ਕਵਿਤਾ ਦੀ ਵਿਰਾਸਤ ਦੀ ਗੱਲ ਹੁੰਦੀ ਏ ਤਾਂ ਲਿਖਿਆ ਜਾਂਦਾ ਹੈ ਕਿ ਮੇਰੇ ਪਿਤਾ ਵੀ ਕਵੀ ਸਨ। ਕੀ ਬਾਤ। ਅੱਜ ਮੇਰੀ ਕਹਾਣੀ ਵਿੱਚ ਮੇਰੇ ਨਾਲ ਛਪਦੇ ਹਨ ਪਿਤਾ ਵੀ, ਇਹ ਵੀ ਤਾਂ ਸਿਆਸਤ ਹੈ ਮੇਰੀ ਕਵਿਤਾ ਦੀ। ਕੀ ਬਾਤ ਹੈ। ਮੈਂ ਨਹੀਂ ਹਾਂ ਸਿਆਸਤਦਾਨ ਕੋਈ, ਆਹਾ ਕਵੀ ਹਾਂ ਨਿਮਾਣੀ ਜੀ। ਕੀ ਬਾਤ ਹੈ। ਮੈਂ ਨਹੀਂ ਹਾਂ ਸਿਆਸਤਦਾਨ ਕੋਈ, ਕਵੀ ਹਾਂ ਨਿਮਾਣੀ ਜੀ। ਅੱਜ ਆ ਗਿਆ ਹੈ ਜੇ ਮਾਣ ਕੋਈ, ਤਾਂ ਮਾਣ ਇਹ ਕਰਦੀ ਹਾਂ ਸਮਰਪਿਤ ਉਹਨਾਂ ਕੁੜੀਆਂ ਨੂੰ ਜੋ ਯਾਤਰਾ ਤੇ ਹਨ। ਕੀ ਬਾਤ ਹੈ। ਵਾਹ 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 ਵਾਹ। ਜੇ ਆ ਗਿਆ ਹੈ ਅੱਜ ਮਾਣ ਕੋਈ, ਤਾਂ ਇਹ ਮਾਣ ਕਰਦੀ ਹਾਂ ਸਮਰਪਿਤ ਉਹਨਾਂ ਕੁੜੀਆਂ ਨੂੰ ਜੋ ਯਾਤਰਾ ਤੇ ਹਨ, ਆਪਣੇ ਪੈਰੀਂ ਆਪਣੇ ਭਾਰ ਆਪਣੇ ਸਿਰ ਹੋਣ ਦੀ। ਕੀ ਬਾਤ ਹੈ। ਤੇ ਇਹ ਵੀ ਸਿਆਸਤ ਹੈ ਮੇਰੀ ਕਵਿਤਾ ਦੀ। ਵਾਹ 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 ਵਾਹ। ਕੀ ਬਾਤ ਹੈ। ਸੋ ਦਿਸ ਇਜ਼ ਮੈਂ ਵੀ ਲਿਖਿਆ ਸੀ ਕਿ ਪਾਲ ਆਪਣੀ ਕਵਿਤਾ ਦੀ ਸਿਆਸਤ ਦੱਸਦੀ ਹੈ, ਉਹ ਸਿਆਸੀ ਕਵਿਤਾ ਕਹਿੰਦੀ ਹੈ। ਪਾਲ ਬਹੁਤ ਜ਼ਿਆਦਾ ਸਿਆਸੀ ਕਵਿਤਾ ਕਹਿੰਦੀ ਹੈ। ਉਸ ਦੀ ਕਵਿਤਾ 'ਚ ਪ੍ਰੇਮ ਸਿਆਸਤ ਹੈ, ਮੌਤ ਸਿਆਸਤ ਹੈ, ਕੁੜੀਆਂ ਸਿਆਸਤ ਨੇ, ਮਾਂ ਸਿਆਸੀ ਹੈ, ਦਾਦੀ ਉਹਦੇ ਤੋਂ ਵੱਡੀ ਸਿਆਸੀ, ਉਹਦਾ ਸਿਆਸੀ ਹੋ ਜਾਣਾ ਸੁਭਾਵਿਕ ਹੈ। ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਆਪੋਲੀਟੀਕਲ ਹਾਂ, ਇਹ ਉਹਨਾਂ ਦੀ ਸਿਆਸਤ ਹੈ। ਪਾਲ ਕਦੇ ਨਹੀਂ ਅਜਿਹਾ ਕਹਿੰਦੀ, ਬਲਕਿ ਉਹ ਤਾਂ ਹਿੱਕ ਤੇ ਹੱਥ ਮਾਰ ਕੇ ਕਹਿੰਦੀ ਹੈ ਕਿ ਉਸ ਪੁੱਛਿਆ ਕੀ ਹੈ ਸਿਆਸਤ ਤੇਰੀ ਕਵਿਤਾ ਦੀ, ਤਾਂ ਆਖਦੀ ਹਾਂ ਮੇਰੀ ਕਵਿਤਾ ਦੀ ਸਿਆਸਤ ਹੀ ਹੈ ਜੋ ਪੁੱਛ ਰਹੇ ਹੋ ਸਵਾਲ। ਸੋ ਇਸ ਤਰੀਕੇ ਦੀ ਪੋਇਟਰੀ ਜਾਂ ਇਵਨ ਇਹਦੇ ਵਿੱਚ ਜਦੋਂ ਮੈਂ ਲਿਖਦਾ ਦਾਦੀ ਵੱਡੀ ਸਿਆਸਤ ਹੈ, ਤਾਂ ਮੈਨੂੰ ਲੱਗਦਾ ਇੰਨੀ ਮਾਸੂਮ ਪੋਏਮ ਔਰ ਐਸੇ ਅਹਿਸਾਸ। ਮੇਰੀ ਕਵਿਤਾ ਹੈ ਬੇਬੇ ਜਲੇਬੀ ਮੰਗਦੀ। ਯੈਸ, ਮੈਨੂੰ ਲੱਗਦਾ ਉਹ ਕਵਿਤਾ ਜ਼ਰੂਰ ਸ਼ੇਅਰ ਕਰੋ। ਉਹਦੇ ਵਿੱਚ ਜਿਹੜੇ ਅਹਿਸਾਸ ਨੇ, ਉਹ ਅਹਿਸਾਸ ਬਹੁਤ ਬੜੇ ਤਰਲ, ਬਹੁਤ ਤਰਲ ਹੈ। ਮੈਨੂੰ ਕਵਿਤਾ ਵੀ ਬਹੁਤ ਤਰਲ ਕਰਦੀ ਹੈ ਉਹ, ਬੜੀ ਮੋਮ ਵਰਗੀ ਉਹ ਕਿਤੇ ਨਾ ਕਿਤੇ। ਬੇਬੇ ਜਲੇਬੀ ਮੰਗਦੀ ਹੈ। ਕੀ ਬਾਤ ਹੈ। ਕਿ ਉਂਝ ਤਾਂ ਬੇਬੇ ਦੇ ਹੁੰਦਿਆਂ ਹੀ ਸਾਰੇ ਤਿਉਹਾਰ ਸਾਡੇ ਸ਼ਹਿਰੀ ਹੋ ਗਏ ਸਨ। ਆਹਾ ਇਹ ਵੀ ਸਿਆਸਤ ਹੈ ਯਾ ਕਿ ਉਂਝ ਤਾਂ ਬੇਬੇ ਦੇ ਹੁੰਦਿਆਂ ਹੀ ਸਾਰੇ ਤਿਉਹਾਰ ਸਾਡੇ ਸ਼ਹਿਰੀ ਹੋ ਗਏ ਸਨ, ਪਰ ਬੇਬੇ ਫਿਰ ਵੀ ਜੋੜੀ ਰੱਖਦੀ ਸੀ ਤਿਉਹਾਰਾਂ ਨੂੰ ਉਹਨਾਂ ਦੇ ਮੇਵਿਆਂ ਦੇ ਨਾਲ। ਕੀ ਬਾਤ ਹੈ। ਬੇਬੇ ਤਾਂ ਬਥੇਰਾ ਕੁਝ ਜੋੜੀ ਰੱਖਦੀ ਸੀ, ਬੇਬੇ ਤਾਂ ਬਥੇਰਾ ਕੁਝ ਜੋੜੀ ਰੱਖਦੀ ਸੀ। ਉਹਦੇ ਹੁੰਦਿਆਂ ਤਾਂ ਪਾਕਿਸਤਾਨ ਵਾਲੇ ਪਿੰਡ ਦੀਆਂ ਗਲੀਆਂ ਵੀ ਸਾਡੇ ਪਿੰਡ ਦੇ ਗਾਲਾਂ ਲੱਗਦੀਆਂ ਸੀ। ਹਾਏ ਹਾਏ ਹਾਏ। ਮੈਂ ਨਾ ਸਾਰਕ ਕੰਟਰੀਜ਼ ਦੀ ਕਾਨਫਰੰਸ ਸੀਗੀ ਤੇ ਉਹਦੇ 'ਚ ਮੈਂ ਇੱਕ ਕਵਿਤਾ ਪੜ੍ਹੀ। ਪਾਕਿਸਤਾਨ ਦੇ ਸਾਰੇ ਜਿੰਨੇ ਆਏ ਸੀ ਉਹ ਰੋ ਪਏ। ਇਹੀ ਸੀ
ਇਹੀ ਅਹਿਸਾਸ ਸੀ ਉਹ ਇਹ ਸਾਰੇ ਬਜ਼ੁਰਗ ਜਿਹੜੇ ਸੀ ਕਿ ਉਹਦੇ ਹੁੰਦਿਆਂ ਤਾਂ ਪਾਕਿਸਤਾਨ ਵਾਲੇ ਪਿੰਡ ਦੀਆਂ ਗਲੀਆਂ ਵੀ ਸਾਡੇ ਪਿੰਡ ਦੇ ਗਾਲਾਂ ਲੱਗਦੀਆਂ ਸਨ। ਕੀ ਬਾਤ ਹੈ। ਬੇਬੇ ਦੀਆਂ ਗੱਲਾਂ ਰਵਾਂ ਵਗਦੀਆਂ ਸਨ, ਉਹਨਾਂ ਵਿੱਚ ਕੋਈ ਹੱਦ ਕੋਈ ਕੰਧ ਨਹੀਂ ਸੀ ਹੁੰਦੀ। ਹਾਏ 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 ਹਾਏ, ਇਹ ਵੀ ਪੋਲਿਟਿਕਸ ਹੈ। ਗੱਲਾਂ ਚ ਹੱਦ ਕੰਧ ਨਾ। ਇਹ ਦੇਖੋ ਨਾ, ਇਹ ਕਵੀ ਜਿਹੜੇ ਲੋਕ ਨੇ ਯਾਰ, ਮਾਈ ਗੋਡ, ਲਾਲ ਸਿੰਘ ਦਿਲ ਕਹਿੰਦਾ ਕਾਂਗਲੇ ਦੇ ਕੋਲ ਕੰਧਾਂ ਡੁੱਲੀਆਂ। ਹਾਏ ਹਾਏ ਹਾਏ, ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ। ਕਿਆ ਬਾਤ ਹੈ। ਬੇਬੇ ਜ਼ਰਾ ਢਿੱਲੀ ਹੁੰਦੀ ਤਾਂ ਸਾਰਾ ਟੱਬਰ ਆਪਣੇ ਦੁਆਲੇ ਇਕੱਠਾ ਕਰ ਲੈਂਦੀ। ਕਿਆ ਬਾਤ। ਪਰ ਆਖਰੀ ਵਿਸਾਖੀ ਤੇ ਬੇਬੇ ਇਕੱਲੀ ਸੀ। ਆਹਾ। ਪਰ ਆਖਰੀ ਵਿਸਾਖੀ ਤੇ ਬੇਬੇ ਇਕੱਲੀ ਸੀ। ਜਦੋਂ ਕੰਮਾਂ ਕਾਜਾਂ ਚ ਰੁੱਝਾ ਟੱਬਰ ਸ਼ਾਮ ਤੱਕ ਨਾ ਬੋੜਿਆ ਤਾਂ ਉਸਨੇ ਆਖਿਆ, ਅੱਜ ਕਿਸੇ ਨੇ ਜਲੇਬੀ ਨਹੀਂ ਲਿਆਂਦੀ। ਅੱਛਾ ਅੱਛਾ। ਹੁਣ ਕੱਲ ਨੂੰ ਮੇਰੀ ਮਰੀ ਤੇ ਵਰਤਾਂਦੇ ਰਹਿਣਾ ਜਲੇਬੀ। ਆਹਾ। ਅੱਛਾ ਅੱਛਾ। ਤੇ 6 ਦਿਨਾਂ ਬਾਅਦ ਹੀ ਤੁਰ ਗਈ ਸੀ ਬੇਬੇ। ਹੁਣ 2.5 ਜੀਆਂ ਦਾ ਟੱਬਰ, ਪਰ ਤੀਲਾ ਤੀਲਾ ਵਿਖਰ ਗਿਆ ਹੈ। ਆਹਾ ਆਹਾ ਆਹਾ। ਇਹ ਹੁਣ ਯਾ ਇਹ ਵੀ ਸਿਆਸਤ ਹੈ। ਬਿਲਕੁਲ। ਦਰਿਆ ਵੀ 2.5 ਰਹਿ ਗਏ। ਯਾ ਬਿਲਕੁਲ ਬਿਲਕੁਲ ਬਿਲਕੁਲ। ਕਿ ਹੁਣ 2.5 ਜੀਆਂ ਦਾ ਟੱਬਰ, ਪਰ ਤੀਲਾ ਤੀਲਾ ਵਿਖਰ ਗਿਆ ਹੈ। ਹਰ ਵਿਸਾਖੀ ਵਾਲੇ ਦਿਨ ਮੈਨੂੰ ਲੱਗਦਾ ਹੈ ਬੇਬੇ ਜਲੇਬੀ ਮੰਗਦੀ ਹੈ। ਕਿਆ ਬਾਤ। ਹਰ ਵਿਸਾਖੀ ਵਾਲੇ ਦਿਨ ਕਿਆ ਬਾਤ। ਮੈਨੂੰ ਲੱਗਦਾ ਹੈ ਬੇਬੇ ਜਲੇਬੀ ਮੰਗਦੀ ਹੈ। ਸੋ ਇਸ ਇਹਨਾਂ ਅਹਿਸਾਸਾਂ ਦੇ ਵਿੱਚੋਂ ਇਹਨਾਂ ਇਸ ਤਰੀਕੇ ਦੇ ਪੋਲੀਟੀਕਲ ਸ਼ਿੱਦਤ, ਗਹਿਰਾ ਹੋਣਾ, ਜਿਹੜੀ ਅਸੀਂ ਲਾਊਡ ਦੀ ਗੱਲ ਕਰਦੇ ਸੀ ਕਿ ਪਾਲ ਦੀ ਕਵਿਤਾ ਸਿਆਸੀ ਹੋ ਗਈ ਹੈ, ਪਰ ਲਾਊਡ ਕਿਤੇ ਤੁਹਾਨੂੰ ਨਜ਼ਰ ਨਹੀਂ ਆਉਂਦੀ ਹੈ। ਲਾਊਡ ਪਤਾ ਨਹੀਂ ਕਿਸੇ ਨੇ ਕਿਹਾ ਵੀ ਨਹੀਂ ਅੱਜ ਤੱਕ ਕਿ ਪਾਲ ਦੀ ਕਵਿਤਾ ਉਹ ਢਾਈ ਘਰਾਂ ਦੀ ਗੱਲ ਕਰਨੀ ਬੜੇ ਸੂਖਸ਼ਮ ਤਰੀਕੇ ਦੇ ਨਾਲ, ਬੇਬੇ ਦੀ ਜਲੇਬੀ ਦਾ ਜਾਂ ਬੇਬੇ ਦਾ। ਹਾਏ ਜਦੋਂ ਗੱਲਬਾਤ ਹੋਣੀ ਹੈ ਤੇ ਵਿਚਾਲੇ ਕੰਧ ਕੋਈ ਨਹੀਂ ਉਸਰਨੀ। ਜਿਹੜੀਆਂ ਕੰਧਾਂ ਇੱਧਰ ਵੀ ਉਸਰੀਆਂ, ਸਾਡੇ ਮਨਾਂ 'ਚ ਵੀ ਉਸਰੀਆਂ। ਸਾਡੇ ਹੁਣ ਪੰਜਾਬ ਹਰਿਆਣਾ ਕਦੋਂ ਬਣੇ ਆ, ਕਦੋਂ ਹਿਮਾਚਲ ਬਣਿਆ, ਤੇ ਅੱਜ ਇੰਨੀਆਂ ਕੰਧਾਂ ਉਸਰੀਆਂ ਪਈਆਂ ਨੇ ਪੋਲੀਟੀਕਲ। ਅਸੀਂ ਇੱਕ ਦੂਜੇ ਦਾ ਵੱਢਣ ਨੂੰ ਤੁਰੇ ਹੋਏ ਹਾਂ ਜੋ ਬਣਿਆ। ਜਾਂ ਮੈਂ ਪਾਲ ਦੀ ਕਵਿਤਾ ਦੇ ਵਿੱਚ ਪੰਜਾਬ ਧੜਕਦਾ ਦੇਖ ਰਿਹਾ ਸੀ, ਤਾਂ ਮੈਂ ਉਹਦੇ ਬਾਰੇ ਜਿਹੜੀਆਂ 4 ਲਾਈਨਾਂ ਲਿਖੀਆਂ ਕਿ ਫਿਰ ਉਸਦੇ ਹਿਰਦੇ 'ਚ ਪੰਜਾਬ ਧੜਕਦਾ ਹੈ। ਉਹ ਦੇਖਦੀ ਹੈ ਚਲੋ ਚਲੀ ਵਾਹੋ ਦਾਹੀ, ਇੱਧਰ ਉੱਧਰ ਜਲਾਏ ਦੀ ਨਲਕੀ ਹੋਇਆ ਪੰਜਾਬ। ਲਾਨ ਦੇ ਘਾਹ ਵਾਂਗ ਹਰ ਹਫ਼ਤੇ ਹੋ ਰਿਹਾ ਸਾਫ਼, ਅੰਦਰੋਂ ਬਾਹਰੋਂ। ਉਹਦੇ ਕੋਲ ਵਿਅੰਗ ਹੈ ਇਸ ਕਵਿਤਾ 'ਚ। ਪਾਲ ਉਹਨਾਂ 'ਚ ਧੜਕ ਰਹੀ ਹੈ, ਉਹਦੇ ਅੰਦਰ ਪੰਜਾਬ ਧੜਕ ਰਿਹਾ ਹੈ। ਉਹਨੇ ਉਹਨਾਂ ਦੀ ਥਕਾਵਟ ਮਹਿਸੂਸ ਕਰ ਲਈ ਹੈ। ਉਹ ਹੁਣ ਥੱਕ ਗਏ ਨੇ। ਅੰਤਰ 'ਚ ਕਿਤੇ ਕੋਈ ਕਰਾਹ ਨਾ ਪਈ ਹੈ, ਕੋਈ ਚੀਕ ਹੈ ਜਿਹੜੀ ਉਹ ਮਾਰ ਨਹੀਂ ਸਕਦੇ। ਪਾਲ ਉਸ ਚੀਕ ਨੂੰ ਸ਼ਬਦ ਦਿੰਦੀ ਹੈ, ਪਰ ਸਾਹ ਲੈਂਦੇ ਉਸੇ ਮਿੱਟੀ ਵਿੱਚ ਜਿਸ ਨੂੰ ਰੱਦ ਕੇ ਤੋਰਾਏ ਸਨ। ਡਾਲਰਾਂ 'ਚ ਜਿਉਂਦੇ ਪਰ ਤਾਂਘਦੇ ਆਪਣੀ 2 ਗਜ਼ ਜ਼ਮੀਨ ਲੰਮੀ ਨੀਂਦ ਲਈ। ਲੰਮੀ ਨੀਂਦ। ਮੈਨੂੰ ਲੱਗਦਾ ਇਹ ਵੀ ਕਵਿਤਾ ਤੁਸੀਂ ਸਾਂਝੀ ਕਰੋ ਤਾਂ ਇੱਕ ਵੰਨਗੀ ਜਿਹੜੀ ਇਸ ਕਿਤਾਬ ਦੇ ਵਿੱਚ ਕੁਝ ਜਿਸ ਅੰਦਾਜ਼ ਦੀਆਂ। ਚਲੋ ਚੱਲੀ। ਚਲੋ ਚਲੀ ਹੈ ਕਵਿਤਾ ਦਾ ਨਾਮ ਮੇਰੇ ਖਿਆਲ ਨਾਲ। ਚਲੋ ਚੱਲੀ ਹੈ ਨਾ। ਬੜੀ ਸਾਨੂੰ ਸਮਝ ਲੱਗ ਜਾਏਗੀ ਕਿ ਕਿਸ ਤਰੀਕੇ ਦੀਆਂ ਕਵਿਤਾਵਾਂ ਨੇ ਇਸ ਕਿਤਾਬ ਦੇ ਵਿੱਚ। ਇੰਜ ਵੀ ਪੜ੍ਹਿਆ ਜਾ ਸਕਦਾ ਸਾਹਿਤ ਦੇ ਬਹਾਨੇ ਦੇ ਨਾਲ। ਮੈਨੂੰ ਸੌਖਾ ਹੋ ਗਿਆ ਥੋੜਾ ਜਿਹਾ। ਮੈਂ 50 ਮਿੰਟ ਜਦੋਂ ਬੋਲਦਾ ਮੈਂ ਫਿਰ ਥੱਕ ਜਾਂਦਾ। ਕਵਿਤਾਵਾਂ ਤੁਹਾਨੂੰ ਜਿਨ੍ਹਾਂ ਦੀ ਕਿਤਾਬ ਹੈ ਡਾਕਟਰ ਪਾਲ ਹੋਰੀ, ਉਹਨਾਂ ਦੀ ਸਹਾਇਤਾ ਨੇ। ਚਲੋ ਚੱਲੀ। ਚਲੋ ਚੱਲੀ। ਸਭ ਨੂੰ ਲੱਗੀ ਹੈ ਅਚਵੀ ਚਲੋ ਚੱਲੀ ਦੀ, ਕਿ ਸਭ ਨੂੰ ਲੱਗੀ ਹੈ ਅਚਵੀ ਚਲੋ ਚੱਲੀ ਦੀ। ਮੁਲਕ ਆਪਣੇ ਵਿੱਚ ਰਹਿੰਦੇ ਬੇਪਰਵਾਹ, ਬਿਨਾਂ ਬ੍ਰੇਕ, ਹੁੰਦੇ ਬੇਤਰਤੀਬ, ਭੱਜਦੇ ਬੇਤਰਤੀਬੀ ਤੋਂ। ਬਾਹਰ ਖਿਲਾਰ ਅੰਦਰ ਖਿਲਾਰ, ਰਹਿੰਦੇ ਬਸ ਰੁੱਝੇ ਬਿਨਾਂ ਕਿਸੇ ਕੰਮ ਤੋਂ। ਕੰਮ ਦੀ ਤਲਾਸ਼ ਪਰ ਕਿੰਤੂ ਅਨੇਕ, ਭੱਜਦੇ ਹੱਥ ਪੈਰ ਮਾਰਨੋਂ। ਮਿੱਥਦੇ ਅਸਮਾਨ, ਖਰੀਦਦੇ ਉਡਾਨ, ਜਾ ਉਤਰਦੇ ਸੁਪਨਿਆਂ ਦੇ ਦੇਸ਼। ਮਿੱਥਦੇ ਅਸਮਾਨ, ਖਰੀਦਦੇ ਉਡਾਨ, ਜਾ ਉਤਰਦੇ ਸੁਪਨਿਆਂ ਦੇ ਦੇਸ਼। ਫਿੱਟ ਹੋ ਜਾਂਦੇ ਹਰ ਮਸ਼ੀਨ ਵਿੱਚ, ਫਿੱਟ ਹੋ ਜਾਂਦੇ ਹਰ ਮਸ਼ੀਨ ਵਿੱਚ। ਸਿੱਖ ਜਾਂਦੇ ਹਰ ਚੌਂਕ ਵਿੱਚ, ਰੁਕਣਾ, ਵੇਖਣਾ, ਲੰਘਣ ਦੇਣਾ ਤੇ ਫਿਰ ਲੰਘਣਾ। ਕੀ ਬਾਤ ਹੈ। ਇੱਥੇ ਬ੍ਰੇਕ
ਲੱਗਦੀ ਨਹੀਂ ਕਿ ਫਿੱਟ ਹੋ ਜਾਂਦੇ ਹਰ ਮਸ਼ੀਨ ਵਿੱਚ, ਸਿੱਖ ਜਾਂਦੇ ਹਰ ਚੌਂਕ ਵਿੱਚ ਰੁਕਣਾ, ਵੇਖਣਾ, ਲੰਘਣ ਦੇਣਾ, ਫਿਰ ਲੰਘਣਾ, ਕਰਦੇ ਮਿਹਨਤਾਂ ਮੁਸ਼ਕਤਾਂ ਬਿਨਾਂ ਕਿੰਤੂ ਪਰੰਤੂ। ਵੰਡੇ ਜਾਂਦੇ ਘੰਟਿਆਂ 'ਚ ਰੁਝੇਵਿਆਂ ਦਾ ਹੋ ਜਾਂਦੇ ਰੂਪ, ਕੱਟਿਆ ਜਾਂਦਾ ਸਭ ਘਾਹ ਬਾਹਰ ਦਾ ਤੇ ਅੰਦਰ ਦਾ। ਕਿਆ ਬਾਤ ਆ। ਕਿ ਕੱਟਿਆ ਜਾਂਦਾ ਸਭ ਘਾਹ ਬਾਹਰ ਦਾ ਤੇ ਅੰਦਰ ਦਾ, ਪਰ ਸਾਹ ਲੈਂਦੇ ਉਸੇ ਮਿੱਟੀ ਵਿੱਚ ਜਿਸ ਨੂੰ ਰੱਦ ਕੇ ਤੁਰ ਆਏ ਸਨ। ਡਾਲਰਾਂ 'ਚ ਜਿਉਂਦੇ ਪਰ ਤੰਗਦੇ ਆਪਣੀ 2 ਗਜ਼ ਜ਼ਮੀਨ ਲੰਮੀ ਨੀਂਦ ਲਈ। ਪਰ ਇਹ ਯਾਤਰਾ ਨਹੀਂ ਦਰਿਆ ਦੀ, ਪਰ ਇਹ ਯਾਤਰਾ ਨਹੀਂ ਦਰਿਆ ਦੀ ਕਿ ਪਰਤ ਆਵੇਗੀ ਮਛਲੀ ਪਰਲਾ ਕਿਨਾਰਾ ਚੱਟ ਕੇ। ਪਰ ਇਹ ਯਾਤਰਾ ਨਹੀਂ ਦਰਿਆ ਦੀ ਕਿ ਪਰਤ ਆਵੇਗੀ ਮਛਲੀ ਪਰਲਾ ਕਿਨਾਰਾ ਚੱਟ ਕੇ। ਇਹ ਤਾਂ ਯਾਤਰਾ ਹੈ 7 ਸਮੁੰਦਰ ਪਾਰ ਦੀ ਜਿਸ ਦਾ ਨਹੀਂ ਹੁੰਦਾ ਕਿਨਾਰਾ। ਇਹ ਤਾਂ ਯਾਤਰਾ ਹੈ 7 ਸਮੁੰਦਰ ਪਾਰ ਦੀ ਜਿਸ ਦਾ ਨਹੀਂ ਹੁੰਦਾ ਕਿਨਾਰਾ। ਪੰਜਾਬ ਦੀ ਹੋਣੀ ਆ। ਮੈਂ ਜਦੋਂ ਤੁਹਾਡੀ ਇਹ ਕਵਿਤਾ ਪੜ੍ਹ ਰਿਹਾ ਸੀ ਤੇ ਜਿਸ ਤਰੀਕੇ ਉਹ ਸੈੱਟ ਹੁੰਦੇ ਨੇ ਮਸ਼ੀਨ ਦੇ ਵਿੱਚ, ਤੇ ਮੇਰੇ ਸਾਹਮਣੇ ਚਾਰਲੀ ਚੈਪਲਿਨ ਹੁਣਾਂ ਦੀ ਫਿਲਮ ਦਾ ਮਾਡਰਨ ਟਾਈਮ ਜਿਹੜੀ ਉਹ ਘੁੰਮਣ ਲੱਗ ਗਈ, ਉਹਦੇ ਵਿੱਚ ਬੰਦਾ ਐਸਾ ਚਾਰਲੀ, ਤੁਹਾਨੂੰ ਪਤਾ ਗ੍ਰੇਟ, ਉਹਦਾ ਐਸੇ ਲੋਕ ਹੋਏ ਨੇ ਜਿਹੜੇ ਹੈ ਨਾ ਚਮਨ ਮੇ ਦੀਦਾ ਵਰ ਪੈਦਾ ਵਾਲੀ ਗੱਲ ਹੁੰਦੀ ਨਹੀਂ ਕਿਤੇ, ਬੜੀ ਮੁਸ਼ਕਿਲ ਦੇ ਨਾਲ ਪੈਦਾ ਉਹ ਮਸ਼ੀਨ ਹੀ ਹੋ ਜਾਂਦਾ। ਉਹ ਜੇ ਨਾਟਕ ਕੱਸਦਾ ਤੇ ਉਹ ਨਾਟਕ ਕੱਸਣ ਦੇ ਵਿੱਚ ਹੋ ਜਾਂਦੇ, ਉਹ ਫਿਰ ਮਸ਼ੀਨ ਦੀਆਂ ਗਰਾਰੀਆਂ ਦੇ ਵਿੱਚ ਦੀ ਲੰਘਦਾ ਉਹ ਜਿਸ ਵੇਲੇ ਨਾ, ਉਹ ਮਾਈ ਗॉड, ਉਹ ਸਾਰਾ ਚਾਰਲੀ ਸੈੱਟ ਹੋਇਆ ਮਸ਼ੀਨ ਦੀਆਂ ਗਰਾਰੀਆਂ 'ਚ, ਮਸ਼ੀਨ ਵਾਂਗ ਪਿਸ ਗਿਆ ਉਹ ਬੰਦਾ। ਉਹ ਜਿਹੜਾ ਆਪਣੇ ਆਪ ਨੂੰ ਮਾਡਰਨ ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਫਿਰ ਉਹ ਕਹਿੰਦੇ ਜੀ ਇਹਦੀ ਟਾਈਮ ਠੀਕ ਨਹੀਂ ਹੈ, ਇਹਦੇ ਛੁੱਟੀ ਵੇਲੇ ਇਹਨੂੰ ਰੋਟੀ ਖਾਂਦਾ ਟਾਈਮ ਲਾਉਂਦਾ, ਉਹ ਮਸ਼ੀਨ ਤਿਆਰ ਕਰਦੇ ਨੇ ਉਹਦੇ ਛੱਲੀ ਦੇ ਨਾਲ, ਜਿਵੇਂ ਵਿਅੰਗ ਕਰਦਾ ਫਿਰ ਚਾਰਲੀ ਚੈਪਲਿਨ। ਮੈਂ ਜਦੋਂ ਇਹ ਤੁਹਾਡੀ ਕਵਿਤਾ ਪੜ੍ਹ ਰਿਹਾ ਸੀ ਤੇ ਉਹ ਨਾਲ ਬਹੁਤ ਸਾਰੀਆਂ ਕਵਿਤਾਵਾਂ ਦੇ ਵਿੱਚ ਮੈਂ ਇਹ ਦੇਖ ਰਿਹਾ ਸੀਗਾ ਕਿ ਇਹ ਕਿਤਾਬ ਪੜ੍ਹਦਿਆਂ ਮੈਨੂੰ ਕਈ ਫਿਲਮਾਂ ਯਾਦ ਆਉਂਦੀਆਂ ਗਈਆਂ। ਮੈਨੂੰ 100 Years of Solitude ਯਾਦ ਆਉਂਦੀ ਰਹੀ, ਮੈਨੂੰ ਲਵ ਇਨ ਦਾ ਟਾਈਮ ਆਫ ਕੋਲਰਾ ਯਾਦ ਆਉਂਦੇ। ਉਹ ਨਾਵਲ ਦੋਵੇਂ ਹੀ ਗਾਰਬੇਜ ਮਾਰਕੇਜ਼ ਦੇ ਨਾਵਲਾਂ ਤੇ ਆਧਾਰਿਤ ਦੋਵੇਂ ਉਹ ਨਾਵਲ ਵੀ ਮੈਂ ਪੜ੍ਹੇ ਹੋਏ ਨੇ, ਫਿਲਮਾਂ ਵੀ ਮੈਂ ਦੇਖੀਆਂ ਹੋਈਆਂ ਨੇ। ਚਾਰਲੀ ਮੈਨੂੰ ਵਾਰ-ਵਾਰ ਯਾਦ ਆਉਂਦਾ ਰਿਹਾ ਕਿ ਜਿਸ ਤਰੀਕੇ ਦੇ ਉਹ ਕੁਝ ਸ਼ੇਡਸ ਦਿੰਦਾ ਹੈ ਆਪਣੇ ਸਿਸਟਮ ਨੂੰ ਲੈ ਕੇ, ਕਿਉਂਕਿ ਉਹ ਉਸ ਵੇਲੇ ਉਹਦੀ ਫਿਲਮ ਦਾ ਗ੍ਰੇਟ ਡਿਕਟੇਟਰ ਵੀ ਯਾਦ ਆਈ ਮੈਨੂੰ ਤੁਹਾਡੀਆਂ ਇਹ ਕਵਿਤਾਵਾਂ ਪੜ੍ਹਦਿਆਂ ਹੋਇਆਂ, ਉਹ ਸਾਰੀ ਦੀਆਂ ਸਾਰੀਆਂ। ਤੇ ਜਾਂ ਫਿਰ ਜਿਹੜਾ ਮੈਂ ਐਂਡ ਤੇ ਲਿਖਿਆ ਸੀਗਾ ਕਿ ਪਾਲ ਸਿਆਸੀ ਕਵੀ ਹੈ, ਦਾਰਸ਼ਨਿਕ ਕਵੀ ਹੈ, ਉਸ ਨੂੰ ਸਮਾਜਿਕ ਵਰਤਾਰਿਆਂ ਦੀ ਸਮਝ ਹੈ, ਉਹ ਸੰਵੇਦਨਸ਼ੀਲ ਹੈ, ਅਤ ਦੀ ਸੰਵੇਦਨਸ਼ੀਲ। ਕਵਿਤਾ ਕਿੱਥੋਂ ਸ਼ੁਰੂ ਕਰਨੀ ਹੈ ਤੇ ਕਿੱਥੇ ਮੁਕਾਉਣੀ ਹੈ ਉਹਦਾ ਹੁਨਰ ਪਾਲ ਕੋਲ ਹੈ। ਇਸ ਕਿਤਾਬ ਨੂੰ ਉਹ ਇਤੀ ਨਾਲ ਮੁਕਾਉਂਦੀ ਹੈ। ਉਹਦਾ ਕਾਵਿ ਪਾਤਰ ਸਲੀਬ ਦੀ ਥਾਂ ਚੌਰਾਹੇ ਮੋਢਿਆਂ ਤੇ ਚੁੱਕੀ ਘੁੰਮ ਰਿਹਾ ਹੈ, ਭੌਂ ਰਿਹਾ ਹੈ। ਸਲੀਬ ਦੀ ਥਾਂ ਚੌਰਾਹੇ ਮੋਢਿਆਂ ਤੇ ਚੱਕੇ ਹੋਏ ਨੇ। ਫਿਰ ਪਾਲ ਉਸ ਦੀ ਪਗਡੰਡੀ ਨੂੰ ਉਹਨਾਂ ਪਹਾੜਾਂ ਵੱਲ ਲੈ ਤੁਰਦੀ ਹੈ ਜਿੱਥੇ ਸੁੰਦਰ ਘਾਟੀਆਂ ਨੇ, ਇੱਕ ਖੁੱਲਾਪਣ ਹੈ, ਆਪਣੇ ਲਈ ਵਕਤ ਹੈ ਜਿੱਥੇ ਕੋਈ ਦਿਸ਼ਾ ਸੂਚਕ ਨਹੀਂ ਹੈ। ਤੋ ਇਹ ਮੈਨੂੰ ਲੱਗਦਾ ਤੁਹਾਡਾ ਕਿਤੇ ਨਾ ਕਿਤੇ ਇਹ ਅਕੀਦਾ ਵੀ ਰਿਹਾ ਹੈ, ਜਾਂ ਉਹ ਕਵਿਤਾ ਦਾ ਨਾਂ ਸ਼ਾਇਦ ਤੁਹਾਡੇ ਖੁਬਲਈ ਹੈ, ਜਿਹੜਾ ਤੁਸੀਂ ਸ਼ੁਕਰੀਆ ਉਹਨਾਂ ਪਹਾੜਾਂ ਦਾ, ਉਹਨਾਂ ਉਸ ਬਾਰਿਸ਼ ਦਾ, ਜਿਹੜੀ ਕਿਤੇ ਸ਼ਿਲੌਂਗ ਗਿਆ ਤੁਹਾਨੂੰ, ਖਾਸੀ ਕਬੀਲੇ ਦੇ ਵਿੱਚ ਖੁਬਲਈ ਸ਼ੁਕਰੀਆ ਨੂੰ ਕਹਿੰਦੇ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ। ਕੋਈ ਇਹੋ ਉਹ ਅਹਿਸਾਸ ਜਿਹੜਾ ਫਿਰ ਤੁਹਾਨੂੰ, ਤੁਸੀਂ ਨੇਚਰ ਦੇ ਨੇੜੇ ਜਾਂਦੇ ਆ, ਜਿਹੜੀ ਮੈਨੂੰ ਲੱਗਦਾ ਅੱਜ ਕੱਲ੍ਹ ਨੈਚੁਰੋਪੈਥੀ ਤੋਂ ਵੀ ਤੁਸੀਂ ਲੰਘ ਰਹੇ ਹੋ ਸਿਹਤ ਦੇ ਲਿਹਾਜ਼ ਨਾਲ ਵੀ, ਉਹ ਕੁਦਰਤ ਦੇ ਨੇੜੇ ਜਾਂਦੇ ਆ, ਜਾਂ ਗੁਰੂ ਨਾਨਕ ਹੋਰਾਂ ਬਾਰੇ ਸੋਚ ਰਹੇ, ਤੁਸੀਂ ਦੱਸ ਰਹੇ ਸੀਗੇ ਲੰਬੀ ਕਵਿਤਾ ਤੁਸੀਂ ਕੁਛ ਫਿਲਾਸਫੀਕਲ, ਦਾਰਸ਼ਨਿਕ, ਹਿਸਟੋਰੀਕਲ ਲਿਖ ਰਹੇ। ਮੈਨੂੰ ਲੱਗਦਾ ਇਤੀ ਜੇ ਸੁਣਾ ਦੋਗੇ ਤਾਂ ਤੁਹਾਡਾ ਉਹ ਰੰਗ ਜਿਹੜਾ ਹੈ, ਜਿਹੜਾ ਪਾਲ ਦਾ ਨੇਚਰ 'ਚ ਇਕਮਿਕਤਾ ਵਾਲਾ ਰੰਗ ਹੈ, ਜਾਂ ਜਿਹੜਾ ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਬੰਦੇ ਨੂੰ ਇਹਨਾਂ ਸਾਰੀ ਸਿਆਸਤਾਂ 'ਚੋਂ, ਇਹਨਾਂ ਸਾਰੇ ਮਰਹਲਿਆਂ 'ਚੋਂ, ਦੁੱਖਾਂ ਕਲੇਸ਼ਾਂ ਸੰਘਰਸ਼ਾਂ 'ਚੋਂ ਕਿਤੇ ਨਾ ਕਿਤੇ ਕੁਦਰਤ ਤੁਹਾਨੂੰ ਸਾਹ ਲੈਣ ਲਈ ਥੋੜਾ ਜਿਹਾ ਉਹ ਫੀਲਿੰਗ ਆਉਂਦੀ ਹੈ। ਤੁਸੀਂ ਕਿਤੇ ਕੁਦਰਤ ਨਾਲ ਜਦੋਂ ਜੁੜਦੇ ਆ, ਮੈਨੂੰ ਲੱਗਦਾ ਅਸੀਂ ਤੁਹਾਨੂੰ ਸਾਰਥਕ ਪੋਜ਼ਿਟਿਵ, ਲੜਾਈਆਂ ਵੀ ਚੱਲਦੀਆਂ ਰਹਿਣੀਆਂ, ਐਡੀ ਵੀ ਗੱਲ ਹੈ, ਲੜਾਈਆਂ ਵੀ ਕਰਾਂਗੇ ਨੇਚਰ ਨਾਲ ਵੀ ਕਿਤੇ ਨਾ ਕਿਤੇ। ਜਿੱਥੇ ਇਤੀ ਤੁਸੀਂ ਕਰਦੇ ਹੋ ਉਹ ਕਵਿਤਾ ਜ਼ਰੂਰ ਸਾਂਝੀ ਕਰਦੀ ਹੈ ਗੱਲ ਮੁਕਾਉਣ ਤੋਂ ਪਹਿਲਾਂ। ਉਸ ਆਖਿਆ ਮੈਨੂੰ ਕਦਮ ਕਦਮ ਤੇ ਮਿਲ ਜਾਂਦਾ ਹੈ ਚੁਰਾਹਾ,
ਮੈਂ ਸੋਚਿਆ ਚੁਰਾਹਾ ਤੇ ਜਾ ਪਈ ਡੂੰਘਿਆਂ ਖਤਾਨਾਂ ਵਿੱਚ। ਕੀ ਬਾਤ। ਇਹ ਉਸ ਆਖਿਆ ਮੈਨੂੰ ਕਦਮ ਕਦਮ ਤੇ ਮਿਲ ਜਾਂਦਾ ਹੈ ਚੁਰਾਹਾ, ਮੈਂ ਸੋਚਿਆ ਚੁਰਾਹਾ ਤੇ ਜਾ ਪਈ ਡੂੰਘਿਆਂ ਖਤਾਨਾਂ ਵਿੱਚ। ਚੁਰਾਹਿਆਂ ਤੇ ਖਲੋ ਜਾਣ ਦੀ ਵੀ ਇੱਕ ਉਮਰ ਹੁੰਦੀ ਹੈ। ਚੁਰਾਹਿਆਂ ਤੇ ਖਲੋ ਜਾਣ ਦੀ ਵੀ ਇੱਕ ਉਮਰ ਹੁੰਦੀ ਏ, ਤੇ ਇੱਕ ਉਮਰ ਹੁੰਦੀ ਏ ਜਦੋਂ ਸਾਨੂੰ ਕਦਮ ਕਦਮ ਤੇ ਟੱਕਰ ਜਾਂਦੇ ਨੇ ਲੋਕ ਜਿਨ੍ਹਾਂ ਨੇ ਮੋਢਿਆਂ ਤੇ ਚੁੱਕਿਆ ਹੁੰਦਾ ਹੈ ਚੁਰਾਹਾ। ਕੀ ਬਾਤ ਹੈ। ਪਰ ਮੈਂ ਕਿਵੇਂ ਸਮਝਾਵਾਂ ਉਸ ਨੂੰ ਕਿ ਮੈਂ ਤਾਂ ਕਦੋਂ ਦੀ ਚੁਰਾਹੇ ਦੇ ਤੇ ਸਾਰੇ ਦਿਸ਼ਾ ਸੂਚਕ ਤੋੜ ਕੇ ਰਾਹਾਂ ਦੇ ਵਿੱਚੋਂ ਕੱਢ ਲਈ ਸੀ ਆਪਣੇ ਲਈ ਇੱਕ ਪਗਡੰਡੀ। ਕਿ ਮੈਂ ਕਿਵੇਂ ਸਮਝਾਵਾਂ ਉਸ ਨੂੰ ਕਿ ਮੈਂ ਤਾਂ ਕਦੋਂ ਦੀ ਚੁਰਾਹੇ ਤੇ ਸਾਰੇ ਦਿਸ਼ਾ ਸੂਚਕ ਤੋੜ ਕੇ ਰਾਹਾਂ ਦੇ ਵਿੱਚੋਂ ਕੱਢ ਲਈ ਸੀ ਆਪਣੇ ਲਈ ਇੱਕ ਪਗਡੰਡੀ। ਉਹ ਪਗਡੰਡੀ ਲੈ ਆਈਏ ਮੈਨੂੰ ਇੱਕ ਪਹਾੜ ਤੇ ਜਿੱਥੇ ਕੋਈ ਚੁਰਾਹਾ ਨਹੀਂ ਠਹਿਰਦਾ, ਜਿੱਥੇ ਕਿਸੇ ਦਿਸ਼ਾ ਸੂਚਕ ਦਾ ਕੋਈ ਨਹੀਂ ਵਜੂਦ, ਜਿੱਥੇ ਪਗਡੰਡੀਆਂ ਤੇ ਰਾਹਾਂ ਗੋਲ ਗੋਲ ਘੁੰਮਦੀਆਂ ਜਾ ਪਹੁੰਚਦੀਆਂ ਨੇ ਸਿਖਰ ਤੇ ਕਦੇ ਗੋਲ ਗੋਲ ਘੁੰਮਦੀਆਂ ਲੈ ਆਉਂਦੀਆਂ ਨੇ ਕਿਸੇ ਖੂਬਸੂਰਤ ਘਾਟੀ ਵਿੱਚ। ਜਿੱਥੇ ਪਗਡੰਡੀਆਂ ਤੇ ਰਾਹਾਂ ਗੋਲ ਗੋਲ ਘੁੰਮਦੀਆਂ ਜਾ ਪਹੁੰਚਦੀਆਂ ਨੇ ਸਿਖਰ ਤੇ ਕਦੇ ਗੋਲ ਗੋਲ ਘੁੰਮਦੀਆਂ ਲੈ ਆਉਂਦੀਆਂ ਨੇ ਕਿਸੇ ਖੂਬਸੂਰਤ ਘਾਟੀ ਵਿੱਚ, ਜਿੱਥੇ ਘਾਟੀ ਆਦ ਵੀ ਹੈ ਤੇ ਇਤੀ ਵੀ। ਜਿੱਥੇ ਘਾਟੀ ਆਦ ਵੀ ਹੈ ਤੇ ਇਤੀ ਵੀ, ਜਿੱਥੇ ਸਿਖਰ ਇਤੀ ਵੀ ਹੈ ਤੇ ਆਦ ਵੀ। ਜਿੱਥੇ ਸਿਖਰ ਇਤੀ ਵੀ ਹੈ ਤੇ ਆਦ ਵੀ। ਦੇਖੋ ਮੈਂ ਜਿਹੜੀ ਗੱਲ ਕੋਸ਼ਿਸ਼ ਕਰ ਰਿਹਾ ਸੀ ਕਿ ਤੁਹਾਡੀ ਪੋਇਟਰੀ ਦੇ ਵਿੱਚ ਜਿਸ ਵੇਲੇ ਅਸੀਂ ਉਸ ਸਾਰੇ ਲੰਬੇ ਇੱਕ ਪੜਾਅ ਤੋਂ 50-60 ਸਾਲ ਦੇ ਪੜਾਅ ਚੋਂ ਲੰਘ ਰਹੇ ਹੁੰਦੇ ਆ ਤਾਂ ਅਸੀਂ ਸਾਡੀ ਪੋਏਮਸ ਵੀ ਬਾਣ ਉਸਰ ਰਹੀਆਂ ਹੁੰਦੀਆਂ, ਅਸੀਂ ਖੁਦ ਵੀ ਕਿਤੇ ਨਾ ਕਿਤੇ ਬਾਣ ਉਸਰ ਰਹੇ ਹੁੰਦੇ ਆ। ਔਰ ਜਿਸ ਪੜਾਅ ਦੇ ਵਿੱਚ ਤੁਸੀਂ ਇਸ ਵੇਲੇ ਜਿਸ ਧਰਾਤਲ ਦੇ ਉੱਤੇ ਕਿਤੇ ਅਸੀਂ ਮੈਂ ਜਿਸ ਵੇਲੇ ਜਪਜੀ ਸਾਹਿਬ ਦੀ ਵਿਆਖਿਆ ਕਰ ਰਿਹਾ ਸੀਗਾ ਤਾਂ ਮੈਂ ਸਤਿਗੁਰੂ ਨਾਨਕ ਦੇਵ ਜੀ ਦਾ ਧਰਾਤਲ ਦੇਖ ਰਿਹਾ ਸੀ, ਕਿੱਥੇ ਕਿੰਨੇ ਲੱਖ ਯੋਜਨ ਉੱਚਾ ਉਹਨਾਂ ਦਾ ਹੈ। ਮਹਾਭਾਰਤ ਦੇ ਵਿੱਚ ਕਹਿੰਦੇ ਆ ਕਿ ਯੁਧਿਸ਼ਠਿਰ ਦਾ ਰੱਥ ਜਿਹੜਾ ਆ ਕਿੰਨੇ ਹੱਥ ਉੱਚਾ ਚੱਲਦਾ ਹੁੰਦਾ ਸੀਗਾ ਧਰਤੀ ਤੋਂ, ਤੇ ਜਿਸ ਵੇਲੇ ਉਹਨੇ ਅਸ਼ਵਥਾਮੇ ਵਾਲਾ ਝੂਠ ਬੋਲਿਆ ਸੀ ਉਹ ਨਾਲ ਹੀ ਜ਼ਮੀਨ ਦੇ ਉੱਤੇ ਆ ਗਿਆ ਸੀਗਾ। ਮੈਂ ਪਾਲ ਨੂੰ ਐਜ਼ ਸ਼ਾਇਰ ਉਸ ਫਿਰ ਜਿਸ ਧਰਾਤਲ ਤੇ ਹੁਣ ਵਿਚਰਦਿਆਂ ਦੇਖਦਾ ਤਾਂ ਉਹ ਨਜ਼ਮਾਂ ਵੀ ਇਹਦੇ ਜਿਵੇਂ ਇਹ ਵੀ ਹੈ ਤਾਂ ਇਹ ਇੱਕ ਤੁਹਾਡੇ ਮਨ ਦੀ ਸਥਿਤੀ ਹੈ ਜਿੱਥੇ ਤੁਸੀਂ ਪਹੁੰਚ ਗਏ ਆ, ਜਿੱਥੇ ਤੁਸੀਂ ਜਾਂਦੇ ਆ। ਤੇ ਮੈਨੂੰ ਇੱਕ ਹੋਰ ਪੋਇਮ ਬੜੀ ਪਿਆਰੀ ਪੋਇਮ ਮੈਂ ਜ਼ਰੂਰ ਉਹ ਲਾਲਚ ਕਰ ਲਿਆ ਤੁਹਾਡੀ ਗੱਲ ਦੇ ਵਿੱਚੋਂ ਨਿਕਲ ਆਇਆ ਤਾਂ ਮੇਰੇ ਖਿਆਲ ਨਾਲ ਸੈਂਡਲ ਦੀ ਬੱਦਰ ਲਾਉਂਦਿਆਂ ਇੱਕ ਨਜ਼ਮ ਹੈ, ਮੈਨੂੰ ਲੱਗਦਾ ਉਹ ਵੀ ਕਿਸੇ ਉਸ ਪੜਾਅ ਦੀ ਹੈ ਜਿਸ ਪੜਾਅ ਤੇ ਤੁਸੀਂ ਆ ਗਏ ਹੋ। ਤੇ ਕਿੰਨਾ ਬੰਦਾ ਕਿੰਨੀ ਸਹਿਜ ਅਵਸਥਾ 'ਚ ਪਹੁੰਚ ਜਾਂਦਾ ਹੈ ਇੱਕ ਜਾਂ ਪਹੁੰਚ ਜਾਣਾ ਚਾਹੀਦਾ ਹੈ ਮੇਰੇ ਖਿਆਲ ਦੇ ਨਾਲ। ਜੇ ਤੁਸੀਂ ਉਹ ਕਵਿਤਾ ਨੈਚੁਰਲ ਹੋ ਤਾਂ ਜੇ ਤੁਸੀਂ ਨੈਚੁਰਲ ਬਿਲਕੁਲ ਉਹ ਤਾਂ ਕੁਦਰਤ ਦੇ ਨੇੜੇ ਹੋ ਤਾਂ ਹੀ ਮਹਿਸੂਸ ਕਰਦੇ ਹੋ ਕੁਦਰਤ ਨੂੰ। ਬਿਲਕੁਲ ਉਹ ਜ਼ਰੂਰ ਸਾਂਝੀ ਕਰੋ। ਕੀ ਸੀ ਉਹਦਾ ਕਵਿਤਾ ਦਾ ਨਾਮ? ਸੈਂਡਲ ਪਾਉਂਦੇ ਆ ਸੌਰੀ। ਮੈਨੂੰ ਪੈਰਾਂ 'ਚ ਸਦਾ ਕੱਸ ਕੇ ਵੱਜੀ ਜੁੱਤੀ ਹੀ ਚੰਗੀ ਲੱਗੀ ਹੈ। ਵਾਹ ਕਿ ਮੈਨੂੰ ਪੜਾਓ ਹੈ, ਇਹ ਪੜਾਓ ਹੈ, ਇਹ ਪੜਾਓ ਹੈ। ਔਰ ਸਾਡੀ ਜੋ ਪਰੰਪਰਾ ਕਈ ਵਾਰੀ ਸਾਡਾ ਹੋਂਦ ਦਾ ਹਿੱਸਾ ਬਣਦਾ ਹੈ। ਨੈਚੁਰਲੀ ਬੜੀ ਵੱਡੀ ਗੱਲ। ਮੈਨੂੰ ਪੈਰਾਂ 'ਚ ਸਦਾ ਕੱਸ ਕੇ ਵੱਜੀ ਜੁੱਤੀ ਹੀ ਚੰਗੀ ਲੱਗੀ ਹੈ, ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ। ਇੱਕ ਉਹ ਵੀ ਪੜਾਓ ਹੈ। ਪਰ ਭਾਵੇਂ ਹੁਣ ਟਕ ਟਕ ਵੱਜਦੇ ਸੈਂਡਲ ਪਾਉਣ ਜੋਗੀ ਨਹੀਂ ਰਹੀ, ਪਰ ਬਿਨ ਵੱਜੇ ਤਾਂ ਪੈਰ ਵਾਵਲੇ ਜਿਹੇ ਹੋ ਜਾਂਦੇ ਨੇ। ਪਰ ਬਿਨ ਵੱਜੇ ਤਾਂ ਪੈਰ ਵਾਵਲੇ ਜਿਹੇ ਹੋ ਜਾਂਦੇ ਨੇ। ਪਰ ਸੈਂਡਲਾਂ ਦੀਆਂ ਵਧਰੀਆਂ ਕੁਝ ਦਿਨਾਂ ਮਗਰੋਂ ਹੀ ਪੈ ਜਾਂਦੀਆਂ ਨੇ ਢਿੱਲੀਆਂ ਤੇ ਮੰਗਣ ਲੱਗਦੀਆਂ ਨੇ ਨਵੀਂ ਮੋਰੀ। ਕਈ ਵਾਰ ਤਾਂ ਮੁੱਕ ਜਾਂਦੀਆਂ ਨੇ ਵਧਰਾਂ ਦੀਆਂ ਮੋਰੀਆਂ ਵੀ, ਤੇ ਵਧਰਾਂ ਮੇਰੀਆਂ ਅੱਡੀਆਂ ਚੋਂ ਨਿਕਲ ਜਾਂਦੀਆਂ। ਕਈ ਸੈਂਡਲਾਂ ਦੀਆਂ ਵਧਰੀਆਂ ਦੇ ਕੰਡੇਦਾਰ ਸਿਰੇ ਇੱਕ ਦੂਜੇ ਵਿੱਚ ਰਲ ਚਿਪਕ ਜਾਂਦੇ, ਪਰ ਜਦੋਂ ਖੁੱਲ੍ਹਦੇ ਤਾਂ ਕੁਝ ਪਾਟ ਜਾਣ ਦਾ ਹੁੰਦਾ ਅਹਿਸਾਸ। ਹਰ ਵਾਰ ਸੈਂਡਲ ਪਾਉਂਦਿਆਂ ਔਖੀ ਜਿਹੀ ਹੋ ਕੇ ਵਧਰੀਆਂ ਕੱਸਦਿਆਂ ਸੋਚਦੀ ਹਾਂ ਹੁਣ ਤਾਂ ਘਟਦੀ ਜਾਂਦੀ ਹੈ ਯਾਤਰਾ ਵੀ, ਕਿਉਂ ਨਾ ਬਦਲਦਿਆਂ ਇਹ ਤੋਰ
ਇਹ ਸੈਂਡਲ ਆਹਾ ਤੌਰ ਸੌਰੀ ਕਿ ਹੁਣ ਤਾਂ ਘਟਦੀ ਜਾਂਦੀ ਹੈ ਯਾਤਰਾ ਯਾਤਰਾ ਵੀ, ਵੀ। ਕਿਉਂ ਨਾ ਬਦਲਦੇ ਆ ਇਹ ਤੌਰ ਇਹ ਸੈਂਡਲ। ਯਾ ਕਿੱਧਰ ਤੁਰ ਜਾਣਗੇ ਪੈਰ ਆਖਰ ਵਾਵਲੇ ਹੋ ਕੇ ਵੀ, ਕੀ ਬਾਤ ਕਿ ਹੈ। ਕਿੱਧਰ ਤੁਰ ਜਾਣਗੇ ਪੈਰ ਆਖਰ ਵਾਵਲੇ ਹੋ ਕੇ ਵੀ, ਪਰ ਹਰ ਵਾਰ ਫਿਰ ਖਰੀਦ ਲਿਆਉਂਦੀ ਹਾਂ ਵਦਰੀਆਂ ਵਾਲੀ ਸੈਂਡਲ, ਪਰ ਹਰ ਵਾਰ ਫਿਰ ਖਰੀਦ ਲਿਆਉਂਦੀ ਹਾਂ ਵਦਰੀਆਂ ਵਾਲੀ ਸੈਂਡਲ। ਸੋ ਇਹ ਕਵਿਤਾਵਾਂ ਡਾਕਟਰ ਸਾਹਿਬ ਉਹਨਾਂ ਦੀ ਜ਼ੁਬਾਨੀ ਤੁਸੀਂ ਸੁਣੀਆਂ, ਜ਼ਿਆਦਾ ਸ਼ਿੱਦਤ ਨਾਲ ਸੁਣਾ ਸਕਦੇ ਹੁੰਦੇ ਨੇ। ਸਾਡੇ ਵਰਗੇ ਰੁੱਖੇ ਜਿਹੇ ਬੰਦਿਆਂ ਨੇ ਕਵਿਤਾਵਾਂ ਜਦੋਂ ਪੜ੍ਹਦੇ ਨੇ ਅਰਥ ਹੀ ਬਦਲ ਜਾਂਦੇ ਨੇ ਉਸ ਵੇਲੇ। ਖੈਰ ਹੁਣ ਨਹੀਂ ਮਰਦੀ ਨਿਰਮਲਾ ਦੀਪਕ ਪਬਲਿਸ਼ਰਸ ਜਲੰਧਰ ਵਾਲਿਆਂ ਨੇ ਪ੍ਰਕਾਸ਼ਿਤ ਕੀਤੀ ਹੈ। ਮੇਰੇ ਖਿਆਲ ਦੇ ਨਾਲ 150 ਪੰਨਿਆਂ ਦੀ ਬੜੀ ਬਹੁਤ ਖੂਬਸੂਰਤ ਸ਼ਾਨਦਾਰ ਜਿਹੜੀ ਕਿਤਾਬ ਡਾਕਟਰ ਪਾਲ ਕੌਰ ਹੋਰਾਂ ਦੀ ਆਈ ਆ। ਅਸੀਂ ਪੰਜਾਬੀ ਬੁਲੇਟਿਨ ਵੱਲੋਂ ਤੁਹਾਨੂੰ ਵਧਾਈਆਂ ਦਿੰਦੇ ਹਾਂ। ਸ਼ੁਕਰੀਆ ਜੀ ਅਪੀਲ ਸਾਰੇ ਕਰਾਂਗੇ ਦੋਸਤ ਪਾਠਕਾਂ ਦਾ, ਪੜ੍ਹਨਗੇ। ਸ਼ੁਕਰੀਆ ਇਸ ਪ੍ਰੋਗਰਾਮ ਨੂੰ ਦੇਖਣ ਤੇ ਸੁਣਨ ਲਈ। ਯਾ ਜ਼ਰੂਰ ਪੜੋ ਇਹ ਕਿਤਾਬ ਤੇ ਆਪਣੇ ਵਿਚਾਰ ਮੈਨੂੰ ਜ਼ਰੂਰ ਦਿਓ Yeah. ਕਿ ਕਿਵੇਂ ਦੀ ਲੱਗੀ। ਯਾ ਬਿਲਕੁਲ ਤੁਹਾਨੂੰ ਪੂਰੇ ਪੰਜਾਬ 'ਚ ਅਵੇਲੇਬਲ ਹੈ, ਜਿੱਥੇ ਜਿੱਥੇ ਵੀ ਵਿਕਰੀ ਕਰਤਾਵਾਂ ਦੀ ਹੁਣ ਨਹੀਂ ਮਰਦੀ ਨਿਰਮਲਾ। ਥੈਂਕ ਯੂ ਡਾਕਟਰ ਸਾਹਿਬ, ਥੈਂਕਸ ਦੋਸਤੋ।